ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਚਿੱਤੈ ਦਾ ਮਤਲਬ ਹੈ ਚਿੱਤ, ਚੇਤੇ ਦੇ ਵਿੱਚ, ਧਿਆਨ ਦੇ ਵਿੱਚ। ਸਭ ਕੋ ਭਾਵ ਕੇ ਹਰ ਕੋਈ, ਹਰ ਚੀਜ਼ ਜੋ ਪੈਦਾ ਹੋਈ ਹੈ, ਪੈਦਾ ਹੋ ਰਹੀ ਹੈ, ਦਿਸਣ ਵਾਲੀ ਹੈ, ਅਣਦਿਸਦੀ ਹੈ, ਜੜ ਹੈ, ਚੇਤਨ ਹੈ, ਸੂਖਮ ਹੈ, ਅਸਥੂਲ ਹੈ। ਹਜ਼ੂਰ ਕਹਿੰਦੇ ਹਰ ਇੱਕ ਚੀਜ਼ ਜਿਹੜੀ ਹੈ ਉਹ ਰੱਬ ਦੇ ਧਿਆਨ ਦੇ ਵਿੱਚ ਹੈ, ਹਰ ਇੱਕ ਚੀਜ਼ ਉਹਦੇ ਚੇਤੇ ਦੇ ਵਿੱਚ ਹੈ। ਚਿੱਤੈ ਅੰਦਰ ਸਭ ਕੋ, ਜੋ ਕੁਝ ਵੀ ਹੈ ਇਸ ਬ੍ਰਹਮੰਡ ਦੇ ਵਿੱਚ, ਇਸ ਬ੍ਰਹਮੰਡ ਤੋਂ ਪਾਰ ਵੀ, ਹਜ਼ੂਰ ਕਹਿੰਦੇ ਸਾਰਾ ਕੁਝ ਉਹਦੇ ਚੇਤੇ ਦੇ ਵਿੱਚ ਹੈ, ਉਹਦੇ ਧਿਆਨ ਦੇ ਵਿੱਚ ਹੈ। ਵੇਖ ਨਦਰੀ ਹੇਠ ਚਲਾਏਂਦਾ, ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਵੇਖ ਕੇ, ਮਤਲਬ ਧਿਆਨ ਰੱਖ ਕੇ, ਸੰਭਾਲ ਕੇ ਹਰ ਇੱਕ ਨੂੰ ਆਪਣੀ ਨਿਗਾਹ ਦੇ ਹੇਠ ਤੋਰਦਾ ਪਿਆ ਹੈ। ਮਤਲਬ ਇਹਦਾ ਇਹ ਹੈ, ਜੋ ਕੁਝ ਮੈਂ ਕਰਦਾ ਪਿਆ ਹਾਂ, ਜੋ ਕੁਝ ਦੂਸਰੇ ਕਰਦੇ ਪਏ ਨੇ, ਕੁਦਰਤ ਦੇ ਵਿੱਚ ਕੁਝ ਵੀ ਜੋ ਵਾਪਰਦਾ ਪਿਆ ਹੈ, ਉਹ ਇਦਾਂ ਕਹਿ ਲਈਏ ਰੱਬ ਦੀ ਨਿਗਾਹ ਤੋਂ ਪਾਰ ਨਹੀਂ ਹੈ, ਵੀ ਉਹਨੂੰ ਸ਼ਾਇਦ ਨਜ਼ਰ ਨਹੀਂ ਆ ਰਿਹਾ, ਜਾਂ ਇਦਾਂ ਕਹਿ ਲਈਏ ਵੀ ਸ਼ਾਇਦ ਉਹਨੂੰ ਪਤਾ ਨਹੀਂ ਲੱਗ ਰਿਹਾ। ਮਹਾਰਾਜ ਕਹਿੰਦੇ ਹਰ ਇੱਕ ਚੀਜ਼ ਉਹਦੇ ਚੇਤੇ ਦੇ ਵਿੱਚ ਹੈ। ਹੁਣ ਇਹਦਾ ਮਤਲਬ ਹੈ ਕਿ ਭਾਵੇਂ ਕੋਈ ਵੱਡੀ ਤੋਂ ਵੱਡੀ ਤਾਕਤ ਵਾਲਾ ਬੰਦਾ ਹੈ, ਉਹਨੂੰ ਲੱਗੇ ਕਿ ਮੈਂ ਸਾਰਾ ਕੁਝ ਆਪਣੀ ਮਰਜ਼ੀ ਦੇ ਅਧੀਨ ਕਰਦਾ ਪਿਆ ਹਾਂ, ਰੱਬ ਦੀ ਨਿਗਾਹ ਉਹਦੇ ਉੱਤੇ ਵੀ ਉਨੀ ਹੀ ਹੈ। ਤੇ ਕੋਈ ਇਦਾਂ ਦਾ ਹੋਵੇ ਜਿਹੜਾ ਇਹ ਕਵੇ ਕਿ ਮੈਨੂੰ ਤੇ ਕੋਈ ਜਾਣਦਾ ਵੀ ਨਹੀਂ, ਮੇਰੇ ਬਾਰੇ ਕਿਸੇ ਨੂੰ ਸਮਝ ਵੀ ਨਹੀਂ, ਬਿਲਕੁਲ ਛੋਟਾ ਜਿਹਾ ਕੀੜਾ ਵੀ ਹੋਵੇ ਜਿਹਨੂੰ ਅਸੀਂ ਸ਼ਾਇਦ ਕਦੀ ਜਾਣਿਆ ਵੀ ਨਾ ਹੋਵੇ, ਸਤਿਗੁਰੂ ਕਹਿੰਦੇ ਉਹ ਵੀ ਉਹਦੇ ਚੇਤੇ ਦੇ ਵਿੱਚ ਹੈ। ਇਹ ਨਹੀਂ ਕਿ ਉਹਨੇ ਪੈਦਾ ਕੀਤਾ ਹੈ ਤੇ ਪੈਦਾ ਕਰਨ ਤੋਂ ਬਾਅਦ ਭੁੱਲ ਗਿਆ ਹੈ। ਇੱਕ ਬਚਨ ਅਸੀਂ ਚੌਪਈ ਸਾਹਿਬ ਦੇ ਅੰਦਰ ਪੜ੍ਹਦੇ ਹਾਂ, ਹਜ਼ੂਰ ਕਹਿੰਦੇ ਨੇ ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਚੀਟੀ ਦਾ ਮਤਲਬ ਹੈ ਕੀੜੀ, ਕੁੰਚਰ ਦਾ ਮਤਲਬ ਹੈ ਹਾਥੀ। ਹੁਣ ਇਹਦਾ ਭਾਵ ਸਿਰਫ ਇਹ ਨਹੀਂ ਵੀ ਕੀੜੀ ਤੇ ਹਾਥੀ, ਆਮ ਸਾਡੇ ਵੇਖਣ ਦੇ ਵਿੱਚ ਕੁਝ ਜੀਵ ਇਦਾਂ ਦੇ ਨੇ ਜਿਹੜੇ ਕੀੜਿਆਂ ਤੋਂ ਵੀ ਛੋਟੇ ਨੇ। ਬਹੁਤੀ ਵਾਰ ਇਹਨਾਂ ਅੱਖਾਂ ਦੇ ਨਾਲ ਉਹ ਜੀਵ ਨਜ਼ਰ ਵੀ ਨਹੀਂ ਆਉਂਦੇ। ਹਾਥੀ ਤੋਂ ਵੀ ਵੱਡੇ ਜੀਵ ਹੈ ਨੇ, ਜਿੱਦਾਂ ਵੇਲ ਹੈ, ਤੁਸੀਂ ਵੇਖਦੇ ਜੇ। ਇਹਦਾ ਮਤਲਬ ਉੱਥੇ ਇਹ ਹੈ ਵੀ ਭਾਈ ਕੋਈ ਛੋਟੀ ਤੋਂ ਛੋਟੀ ਚੀਜ਼ ਹੈ ਜਾਂ ਵੱਡੀ ਤੋਂ ਵੱਡੀ ਵੀ ਚੀਜ਼ ਹੈ, ਸਾਰਿਆਂ ਦੇ ਉੱਤੇ ਮਾਲਕ ਆਪਣੀ ਦ੍ਰਿਸ਼ਟੀ ਬਣਾ ਕੇ, ਕਿਰਪਾ ਦੀ ਦ੍ਰਿਸ਼ਟੀ ਬਣਾ ਕੇ ਤੇ ਖੁਸ਼ ਹੁੰਦਾ ਹੈ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਹੁਣ ਇੱਥੇ ਜਿਹੜਾ ਸਤਿਗੁਰੂ ਜੀ ਨੇ ਸਬਜੈਕਟ ਲਿਆ ਹੈ ਨਾ, ਮਹਾਰਾਜ ਜੀ ਨੇ ਕੁਦਰਤ ਦੇ ਇੱਕ ਚੱਕਰ ਦੀ ਗੱਲ ਕੀਤੀ ਹੈ ਵੀ ਭਾਈ ਹੈ ਸਾਰਾ ਕੁਝ ਮਾਲਕ ਦੇ ਚੇਤੇ ਦੇ ਵਿੱਚ, ਮੈਂ ਕਿਸ ਸਟੇਟਸ ਦੇ ਵਿੱਚ ਜੀਂਦਾ ਹਾਂ, ਕੀ ਮੇਰਾ ਰੁਤਬਾ ਹੈ, ਕੀ ਮੈਂ ਨਹੀਂ ਹਾਂ, ਕੀ ਮੈਂ ਕਰਦਾ ਹਾਂ, ਕੀ ਮੈਂ ਨਹੀਂ ਕਰਦਾ, ਇਹ ਸਾਰਾ ਕੁਝ ਉਸ ਮਾਲਕ ਦੇ ਚੇਤੇ ਦੇ ਵਿੱਚ ਹੈ। ਪਹਿਲਾ ਪਾਸਾ। ਜਦੋਂ ਅਸੀਂ ਚੇਤੇ ਦੀ ਗੱਲ ਕਰਦੇ ਹਾਂ ਤੇ ਬਹੁਤੀ ਵਾਰ ਅਸੀਂ ਰਿਜ਼ਕ ਦੀ ਗੱਲ ਕਰਦੇ ਹਾਂ। ਤੇ ਦੇਖੋ ਅੱਜ ਇਸ ਜ਼ਿੰਦਗੀ ਨੂੰ ਅਸੀਂ ਜੀ ਰਹੇ ਹਾਂ ਨਾ, ਤੇ ਸਾਨੂੰ ਵੀ ਇਸ ਗੱਲ ਨੂੰ ਪੜ੍ਹਾਇਆ ਗਿਆ, ਤੁਸੀਂ ਵੀ ਪੜ੍ਹਿਆ ਵੀ ਆਹ ਜਿਹੜੀ ਧਰਤੀ ਹੈ ਇਹਦੇ ਉੱਤੇ ਲਗਭਗ 70% ਜਿਹੜੀ ਜਗ੍ਹਾ ਹੈ ਉਹ ਪਾਣੀ ਨੇ ਘੇਰੀ ਹੋਈ ਹੈ। 30% ਹੀ ਤੇ ਹੈ ਜਿੱਥੇ ਆ ਬਾਕੀ ਦੁਨੀਆ ਵਸੀ ਹੋਈ ਹੈ। ਹੁਣ ਇਹਦਾ ਮਤਲਬ ਇਹ ਹੈ ਜਿਹੜਾ 30% ਦੁਨੀਆ ਦਾ ਵਿਧਾਨ ਹੈ ਨਾ, ਉਹ 70% ਦੁਨੀਆ ਦੇ ਵਾਂਗੂ ਨਹੀਂ ਚੱਲਦਾ। ਅਸੀਂ ਆਪਣੀ ਦੁਨੀਆ ਨੂੰ ਚਲਾਉਣ ਦੇ ਲਈ ਪੈਸਾ ਘੜਿਆ ਹੋਇਆ ਹੈ, ਇਹਦੇ ਵਿੱਚ ਪੈਸਾ ਬਹੁਤ ਮੁੱਖ ਹੈ, ਇਹਦੇ ਵਿੱਚ ਕਮਾਈ ਬਹੁਤ ਮੁੱਖ ਹੈ। ਸਾਡੀ ਦੁਨੀਆ ਦਾ ਸਰਕਲ ਇਦਾਂ ਚੱਲਦਾ ਹੈ, ਪਰ ਅੰਤ ਦੇ ਵਿੱਚ ਸਾਨੂੰ ਵੀ ਲੋੜ ਰੋਟੀ ਦੀ ਹੀ ਪੈਂਦੀ ਹੈ, ਤੇ ਜਿਹੜੇ ਪਾਣੀਆਂ 'ਚ ਰਹਿਣ ਵਾਲੇ ਨੇ ਲੋੜ ਉਹਨਾਂ ਨੂੰ ਵੀ ਰੋਟੀ ਦੀ ਹੀ ਪੈਂਦੀ ਹੈ।
ਪਰ ਉੱਥੇ ਨਾ ਤਾਂ ਕੋਈ ਦੁਕਾਨਦਾਰੀ ਹੈ, ਨਾ ਕੋਈ ਉੱਥੇ ਖੇਤੀਬਾੜੀ ਹੋ ਰਹੀ ਹੈ। ਸਾਡੇ ਨਾਲੋਂ ਜ਼ਿਆਦਾ ਗਿਣਤੀ ਦੇ ਵਿੱਚ ਜੀਵ ਹੋਣਗੇ। ਤੇ ਅੱਧੇ ਅੱਧੇ ਵੀ ਵੰਡ ਕੇ ਚੱਲੀਏ ਤੇ ਵੇਖੋ, ਪਾਣੀ ਦੇ ਅੰਦਰ ਰਹਿਣ ਵਾਲੇ ਜੀਵਾਂ ਦਾ ਤੇ ਆ ਧਰਤੀ ਦੇ ਉੱਤੇ ਰਹਿਣ ਵਾਲੇ ਜੀਵਾਂ ਦਾ ਲਾਈਫ ਸਟਾਈਲ ਇੱਕ ਦੂਸਰੇ ਨਾਲੋਂ ਬਿਲਕੁਲ ਹੀ ਵੱਖਰਾ ਹੈ। ਖਾਸ ਕਰਕੇ ਅਸੀਂ ਮਨੁੱਖਾਂ ਦੀ ਤੇ ਧਰਤੀ ਦੇ ਉੱਤੇ ਰਹਿਣ ਵਾਲੇ ਦੂਜੇ ਜਾਨਵਰਾਂ ਦੀ ਤੁਲਨਾ ਵੀ ਕਰ ਲਈਏ ਤੇ ਅਸੀਂ ਜਦੋਂ ਵੀ ਕਮਾਵਾਂਗੇ, ਸਾਡਾ ਖਾਣ ਦੇ ਨਾਲੋਂ ਵੀ ਜ਼ਿਆਦਾ ਧਿਆਨ ਇਸ ਗੱਲ ਦੇ ਵੱਲ ਹੋਵੇਗਾ ਵੀ ਕਮਾਇਆ ਜ਼ਿਆਦਾ ਜਾਵੇ, ਖਾਇਆ ਭਾਵੇਂ ਘਟ ਜਾਵੇ। ਜਾਨਵਰਾਂ ਦੀ ਜ਼ਿੰਦਗੀ ਇਹਦੇ ਤੋਂ ਬਿਲਕੁਲ ਵੱਖ ਹੈ। ਉਹ ਖਾਂਦੇ ਜ਼ਿਆਦਾ ਨੇ, ਕਮਾਉਣ ਦਾ ਤੇ ਉਹਨਾਂ ਨੂੰ ਮਤਲਬ ਹੀ ਨਹੀਂ ਹੈ ਵੀ ਕਮਾ ਕੇ ਰੱਖਣਾ ਹੈ ਜਾਂ ਨਹੀਂ ਰੱਖਣਾ। ਕੁਝ ਕੈਟਾਗਰੀਜ਼ ਉਹਨਾਂ ਦੇ ਵਿੱਚ ਵੀ ਹੈ ਨੇ ਜਿਹੜੀਆਂ ਰਾਸ਼ਨ ਸਟੋਰ ਕਰਦੀਆਂ ਨੇ। ਇਹ ਨਹੀਂ ਨੇ ਵੀ ਉਹਨਾਂ ਦੇ ਵਿੱਚ ਕੋਈ ਸਟੋਰ ਹੀ ਨਹੀਂ ਕਰਦਾ, ਉਹਨਾਂ ਦੇ ਵਿੱਚ ਵੀ ਕੁਝ ਸਟੋਰ ਕਰਦੇ ਨੇ, ਪਰ ਬਹੁਤ ਥੋੜੇ। ਵੱਡੇ ਤੋਂ ਵੱਡੇ ਜਾਨਵਰ ਹੀ ਆਪਣੇ ਲਈ ਕੁਝ ਬਚਾ ਕੇ ਨਹੀਂ ਰੱਖਦੇ, ਜਿੰਨਾ ਖਾ ਲਿਆ ਬਾਅਦ 'ਚ ਅਗਲੇ ਸ਼ਿਕਾਰ ਦੇ ਲਈ ਤਿਆਰ ਹੋ ਗਏ। ਖਾਂਦੇ ਉਹ ਵੀ ਨੇ, ਖਾਂਦੇ ਅਸੀਂ ਵੀ ਪਏ ਹਾਂ। ਇਹਨਾਂ ਥਾਵਾਂ ਦੇ ਉੱਤੇ, ਧਰਤੀ ਦੇ ਉੱਤੇ ਤੇ ਮੈਂ ਕਹਿ ਸਕਦਾ ਵੀ ਮੈਂ ਕਿਸੇ ਨੂੰ ਦਾਨ ਕਰਦਾ ਹਾਂ, ਮੈਂ ਕਿਸੇ ਨੂੰ ਵੰਡਦਾ ਹਾਂ ਤੇ ਕੋਈ ਫਿਰ ਖਾਂਦਾ ਹੈ। ਆਪਣੇ ਪਰਿਵਾਰ ਦੇ ਲਈ ਰੋਟੀ ਦਾ ਪ੍ਰਬੰਧ ਮੈਂ ਕਰਦਾ ਹਾਂ ਤੇ ਤਾਂ ਮੇਰਾ ਪਰਿਵਾਰ ਰੋਟੀ ਖਾਂਦਾ ਹੈ। ਸਤਿਗੁਰੂ ਕਹਿੰਦੇ ਨੇ, ਭਾਈ ਜਲ ਮਹਿ ਜੰਤ ਉਪਾਇਨ ਤਿਨਾ ਪੀ ਰੋਜ਼ੀ ਦੇ। ਜਿਹੜੇ ਜੀਵ ਅਜੇ ਤੱਕ ਅਸੀਂ ਵੇਖੇ ਹੀ ਨਹੀਂ, ਆ ਹੁਣ ਕਿਤੇ ਕੈਮਰੇ ਦੇ ਕਰਕੇ ਜੀਵਾਂ ਦਾ ਪਤਾ ਲੱਗੀ ਜਾਣ ਲੱਗ ਪਿਆ ਹੈ। ਸਮੁੰਦਰ ਦੇ ਵਿੱਚ ਕਿੰਨੇ ਬੇਅੰਤ ਤੇ ਕਿੱਦਾਂ ਕਿੱਦਾਂ ਦੇ ਨਵੇਂ-ਨਵੇਂ ਜੀਵ ਪੈਦਾ ਹੋ ਰਹੇ ਨੇ। ਤੇ ਕੀ ਇਹਨਾਂ ਨੇ ਸਾਰੀ ਜ਼ਿੰਦਗੀ ਕੁਝ ਖਾਧਾ ਹੀ ਨਾ ਹੋਵੇਗਾ ਤੇ ਬੰਦੇ ਨੂੰ ਲੱਗੇ ਵੀ ਮੈਂ ਸਾਰਿਆਂ ਨੂੰ ਕੁਝ ਖਵਾਉਂਦਾ ਹਾਂ ਤੇ ਉਹ ਇੰਨੇ ਲੱਖਾਂ ਸਾਲਾਂ ਤੋਂ ਪਲਦੇ ਪਏ ਨੇ ਪਾਣੀ ਦੇ ਅੰਦਰ, ਉਹਨਾਂ ਨੂੰ ਰੋਟੀ ਕੌਣ ਦੇਈ ਜਾਂਦਾ ਹੈ? ਉਹਨਾਂ ਦੀ ਰੋਟੀ ਦਾ ਪ੍ਰਬੰਧ ਕੌਣ ਕਰਦਾ ਪਿਆ ਹੈ? ਇੱਥੇ ਤੇ ਅਸੀਂ ਕਹਿੰਦੇ ਆ ਨਾ ਵੀ ਅਸੀਂ ਇੱਕ ਦੂਸਰੇ ਲਈ ਪ੍ਰਬੰਧ ਕਰਦਾ, ਦੁਕਾਨਦਾਰੀ ਚੱਲਦੀ ਪਈ ਹੈ, ਖੇਤੀਬਾੜੀ ਹੁੰਦੀ ਪਈ ਹੈ। ਹਜ਼ੂਰ ਕਹਿੰਦੇ ਨੇ, ਜਲ ਮਹਿ ਜੰਤ ਉਪਾਇਨ ਤਿਨਾ ਪੀ ਰੋਜ਼ੀ ਦੇ। ਹੁਣ ਇੱਥੇ ਵੇਖੋ, ਮਰਦ ਕਹਿੰਦੇ ਨੇ, ਉਹ ਸ਼ਬਦ ਹੈ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਹਜ਼ੂਰ ਕਹਿੰਦੇ ਨੇ, ਵਿੱਚ ਉਪਾਏ ਸਾਇਰਾਂ ਤਿਨਾ ਪੀ ਰੋਜ਼ੀ ਦੇ। ਹਜ਼ੂਰ ਦਾ ਸ਼ਬਦ ਵੇਖੋ ਇਸ ਪਾਸੇ ਦਾ ਹੈ ਵੀ ਭਾਈ ਪਹਿਲਾਂ ਤੇ ਜਲ ਮਹਿ ਜੰਤ ਉਪਾਇਨ ਤਿਨਾ ਪੀ ਰੋਜ਼ੀ ਦੇ, ਉੱਥੇ ਸ਼ਬਦ ਹੈ, ਉੱਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਉੱਥੇ ਕੋਈ ਹੱਟੀ ਨਹੀਂ ਚੱਲਦੀ। ਪਾਣੀ 'ਚ ਕਿਹੜਾ ਦੁਕਾਨ ਪਾ ਕੇ ਬੈਠਾ ਵੀ ਸਾਡੀ ਦੁਕਾਨ ਤੋਂ ਆ ਕੇ ਸੌਦਾ ਖਰੀਦਿਓ? ਰਿਜ਼ਕ ਉਹ ਵੀ ਖਾਂਦੇ ਪਏ ਨੇ। ਇੱਥੇ ਕਹਿਣ ਦਾ ਸਤਿਗੁਰੂ ਦਾ ਭਾਵ ਸਿਰਫ ਇੰਨਾ ਕੁ ਹੈ ਵੀ ਇਸ ਦੁਨੀਆ ਦੇ ਵਿੱਚ ਵਿਚਰਦਿਆਂ ਮੈਨੂੰ ਲੱਗੇ ਵੀ ਮੈਂ ਸਾਰਿਆਂ ਦੀ ਜ਼ਿੰਮੇਵਾਰੀ ਚੁੱਕਦਾ ਪਿਆ ਹਾਂ ਤੇ ਇਹਨਾਂ ਸਾਰਿਆਂ ਦੀ ਗੱਲ ਮੇਰੇ ਉੱਤੇ ਆਈ ਪਈ ਹੈ ਵੀ ਜੇ ਮੈਂ ਪਰੇ ਹੋ ਗਿਆ ਤੇ ਪਤਾ ਨਹੀਂ ਇਹਨਾਂ ਨੂੰ ਕੋਈ ਪੁੱਛੇਗਾ ਕਿ ਨਹੀਂ। ਮਹਾਰਾਜ ਕਹਿੰਦੇ ਸੀ ਪਰੇ ਵੀ ਹੋ ਗਏ ਨਾ ਤੇ ਰੱਬ ਦੇ ਚੇਤੇ ਦੇ ਵਿੱਚ ਰਹਿਣ ਵਾਲੇ ਜੀਵ ਨੇ। ਰਿਜ਼ਕ ਹਰ ਇੱਕ ਦਾ ਉਹ ਪ੍ਰਬੰਧ ਕਰਦਾ ਹੈ। ਔਰ ਇੱਥੋਂ ਤੱਕ ਗੁਰਬਾਣੀ ਨੇ ਸਾਨੂੰ ਭਰੋਸਾ ਦਿੱਤਾ ਹੈ। ਮਰਦ ਕਹਿੰਦੇ ਨੇ ਕਿ ਵੇਖੋ, ਪਹਿਲੋਂ ਦੇ ਤੈ ਰਿਜ਼ਕ ਸੰਭਾਹਾ, ਤੂੰ ਪਹਿਲਾਂ ਰਿਜ਼ਕ ਦਾ ਪ੍ਰਬੰਧ ਕੀਤਾ ਹੈ, ਪਿੱਛੋਂ ਦੇ ਤੈ ਜੰਤ ਉਪਾਹਾ, ਤੂੰ ਫੇਰ ਜੰਤ ਪੈਦਾ ਕੀਤਾ ਹੈ। ਰਿਜ਼ਕ ਪਹਿਲਾਂ ਹੈ, ਜੰਤ ਬਾਅਦ ਦੇ ਵਿੱਚ ਹੈ। ਤੁਧ ਜੇਵੜ ਦਾਤਾ ਅਵਰ ਨਾ ਕੋਈ ਦੂਸਰ ਲਵੇ ਨਾ ਲਾਵਣਿਆ। ਤੇਰੇ ਵਰਗਾ ਹੋਰ ਕੋਈ ਦੂਸਰਾ ਦਾਤਾ ਇਦਾਂ ਦਾ ਹੈ ਵੀ ਨਹੀਂ। ਇਹ ਤੇ ਅਸੀਂ ਗੱਲ ਕਰਦੇ ਹਾਂ ਵੀ ਮਾਲਕ ਨੇ ਹਰ ਇੱਕ ਜੀਵ ਨੂੰ ਆਪਣੇ ਚੇਤੇ ਦੇ ਵਿੱਚ ਰੱਖਿਆ ਹੋਇਆ ਹੈ, ਆਪਣੇ ਸੋਚ ਦੇ ਵਿੱਚ ਰੱਖਿਆ ਹੋਇਆ ਹੈ ਵੀ ਹਾਂ ਕੋਈ ਜੀਵ ਭੁੱਖਾ ਨਾ ਰਹਿ ਜਾਵੇ। ਹਰ ਇੱਕ ਲਈ ਰੋਟੀ ਦਾ ਪ੍ਰਬੰਧ ਉਹਨੇ ਕੀਤਾ ਹੋਇਆ ਹੈ। ਔਰ ਤੁਹਾਨੂੰ ਵੀ ਪਤਾ ਹੈ, ਸਾਡੇ ਦੇਸ਼ ਦੇ ਵਿੱਚ ਅਸੀਂ ਕਹਿੰਦੇ ਹਾਂ ਨਾ ਵੀ ਕੁਝ ਲੋਕ ਭੁੱਖੇ ਕਿਉਂ ਰਹਿ ਜਾਂਦੇ ਨੇ। ਫਿਰ ਅਸਲ ਦੇ ਵਿੱਚ ਭੁੱਖੇ ਰਹਿਣ ਦਾ ਕਾਰਨ ਇਹ ਨਹੀਂ ਹੈ ਵੀ ਅੰਨ ਦੀ ਘਾਟ ਹੈ। ਭੁੱਖੇ ਰਹਿਣ ਦੀ ਪ੍ਰੋਬਲਮ ਇਹ ਹੈ ਵੀ ਸਾਡੇ ਦੇਸ਼ ਦੇ ਵਿੱਚ ਵੰਡ ਜਿਹੜੀ ਹੈ ਉਹ ਕਾਣੀ ਹੈ। ਇੱਕ ਪਾਸੇ ਗੋਦਾਮਾਂ 'ਚ ਅਨਾਜ ਸੜ ਜਾਂਦਾ ਹੈ, ਦੂਜੇ ਪਾਸੇ ਲੋਕਾਂ ਤੱਕ ਨਹੀਂ ਪਹੁੰਚਦਾ। ਇਹ ਤੁਸੀਂ ਸਾਰੀਆਂ ਖਬਰਾਂ ਪੜ੍ਹਦੇ ਜੇ। ਅੰਨ ਦਾ ਘਾਟਾ ਨਹੀਂ ਹੈ, ਅਨਾਜ ਦਾ ਘਾਟਾ ਨਹੀਂ ਹੈ, ਪਰ ਵੰਡਣ ਵਾਲਿਆਂ ਦੇ ਹੱਥ ਏਡੇ ਸਾਫ਼ ਨਹੀਂ ਨੇ ਵੀ ਸਾਰਿਆਂ ਨੂੰ ਬਰਾਬਰ ਵੰਡ ਸਕਣ। ਏਡਾ ਦਿਲ ਕਿੱਥੋਂ ਆਵੇ? ਹਜ਼ੂਰ ਕਹਿੰਦੇ ਹਰ ਇੱਕ ਚੀਜ਼ ਉਹਦੇ ਚੇਤੇ ਦੇ ਵਿੱਚ ਹੈ। ਜੋ ਕੁਝ ਹੋ ਰਿਹਾ ਹੈ ਚਿੱਤੈ ਅੰਦਰ ਸਭ ਕੋ। ਫਿਰ ਇਦਾਂ ਦਾ ਚੇਤਾ ਨਹੀਂ ਹੈ ਤੇ ਬਸ ਪੈਦਾ ਕਰ ਦਿੱਤਾ ਹੈ ਤੇ ਹਾਂ ਉਦੋਂ ਚੇਤਾ ਆ ਗਿਆ ਤੇ ਬਾਅਦ ਦੇ ਵਿੱਚ ਕਦੀ ਚੇਤਾ ਹੀ ਨਹੀਂ ਆਇਆ। ਵੇਖ, ਚੰਗੀ ਤਰ੍ਹਾਂ ਵੇਖਦਾ ਹੈ। ਇੱਕ ਹੁੰਦਾ ਹੈ ਆਮ ਜਿਹਾ ਵੇਖਣਾ ਵੀ ਮੈਂ ਨਿਗਾਹ ਘੁਮਾ ਰਿਹਾ ਹਾਂ ਤੇ ਤੁਸੀਂ ਵੇਖੋਗੇ ਆਪਣੇ ਨਾਲ ਇਹਨੂੰ ਪ੍ਰੈਕਟੀਕਲ ਕਰਕੇ ਵੇਖ ਲੈਣਾ। ਜਦੋਂ ਅਸੀਂ ਇੱਕ ਚੀਜ਼ ਤੋਂ ਦੂਸਰੀ ਚੀਜ਼ ਦੇ ਉੱਤੇ ਫੋਕਸ ਕਰਦੇ ਹਾਂ ਤੇ ਜਿਹੜੀ ਸਾਡੀ ਸਾਈਟ ਹੁੰਦੀ ਹੈ ਕਦੀ ਬਲੈਂਕ ਨਹੀਂ ਹੁੰਦੀ। ਇਹ ਨਹੀਂ ਵੀ ਖਾਲੀ ਹੋ ਗਈ ਇਹ ਸਾਈਟ, ਪਰ ਉਹ ਅਸਲ ਦੇ ਵਿੱਚ ਫੋਕਸ ਹੋਣ ਤੋਂ ਬਾਅਦ ਦੂਸਰੀ ਚੀਜ਼ ਤੇ ਜਦੋਂ ਫੋਕਸ ਕਰਦੀ ਹੈ
ਇੱਕ ਟਰੈਵਲ ਕਰਦੀ ਜਾਂਦੀ ਹੈ, ਉਹਦੇ ਵੱਲ ਸਾਡਾ ਬਹੁਤਾ ਧਿਆਨ ਨਹੀਂ ਹੁੰਦਾ। ਧਿਆਨ ਸਾਡਾ ਸਿਰਫ ਉੱਥੇ ਹੁੰਦਾ ਹੈ ਜਿੱਥੇ ਅਸੀਂ ਫੋਕਸ ਕਰਦੇ ਹਾਂ। ਉਹਨੂੰ ਕਿਹਾ ਜਾਂਦਾ ਹੈ ਚੰਗੀ ਤਰ੍ਹਾਂ ਵੇਖਣਾ। ਸਾਡੇ ਵਿੱਚ ਇੱਕ ਗੱਲ ਕਹੀ ਜਾਂਦੀ ਹੁੰਦੀ ਹੈ ਕਿ ਆ ਵੇਖੀ ਮੈਂ ਜਰਾ ਬਾਹਰੋਂ ਹੋਵਾਂ, ਆ ਵੇਖੀ ਜਰਾ ਦੁਕਾਨ ਦੇ ਉੱਤੇ ਮੈਂ 2 ਮਿੰਟ ਕਿਸੇ ਦੂਸਰੇ ਪਾਸੇ ਤੋਂ ਹੋਵਾਂ। ਵੇਖਣ ਦਾ ਮਤਲਬ ਕੀ ਹੁੰਦਾ ਹੈ? ਥੋੜਾ ਵੀ ਤੂੰ ਮੇਰੀ ਦੁਕਾਨ ਵੇਖਦਾ ਰਹੀ। ਵੇਖਣ ਦਾ ਮਤਲਬ ਹੈ ਧਿਆਨ ਰੱਖੀ। ਆਪਾਂ ਕਿਸੇ ਨੂੰ ਕਹਿ ਕੇ ਜਾਂਦੇ ਆ ਵੀ ਮੇਰਾ ਮੋਬਾਈਲ ਵੇਖ ਲਵੀਂ, ਆ ਮੈਂ ਘਰ ਦਾ ਕੰਮ ਛੱਡ ਕੇ ਚੱਲਿਆ ਹਾਂ, ਕੱਪੜੇ ਵੇਖ ਲਵੀਂ, ਦਰਵਾਜ਼ਾ ਵੇਖ ਲਵੀਂ, ਕਿ ਉਹਨੇ ਪਹਿਲਾਂ ਕਦੀ ਨਹੀਂ ਵੇਖਿਆ ਹੁੰਦਾ, ਵੇਖਿਆ ਤੇ ਨੇ ਪਹਿਲਾਂ ਵੀ ਹੁੰਦਾ। ਵੇਖਣ ਦਾ ਮਤਲਬ ਹੁੰਦਾ ਧਿਆਨ ਰੱਖਣਾ। ਹਜ਼ੂਰ ਕਹਿੰਦੇ ਵੇਖ ਨਦਰੀ ਹੇਠ ਚਲਾਏਂਦਾ। ਇਹ ਨਹੀਂ ਵੀ ਬਸ ਵੇਖੀ ਜਾ ਰਿਹਾ ਹੈ, ਪੂਰਾ ਹਰ ਇੱਕ ਜੀਵ ਦੇ ਉੱਤੇ ਧਿਆਨ ਹੈ ਉਹਦਾ, ਹਰ ਇੱਕ ਜੀਵ ਦੇ ਉੱਤੇ। ਤੇ ਉਹਨੂੰ ਕੋਈ ਡਿਪਾਰਟਮੈਂਟ ਥੋੜਾ ਲਾਉਣੇ ਪੈਂਦੇ ਨੇ। ਅੰਦਰ ਅੰਦਰ ਹੀ ਬੈਠਾ ਹੋਇਆ ਤੇ ਬਾਹਰੋਂ ਤੇ ਫਿਰ ਵੀ ਬੰਦਾ ਢੱਕ ਲਵੇਗਾ। ਮਹਾਰਾਜ ਕਹਿੰਦੇ ਅੰਦਰੋਂ ਆਪਣੇ ਆਪ ਤੋਂ ਕੀ ਬੰਦਾ ਢੱਕ ਲਵੇਗਾ। ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਨਾ ਗੁਰਬਾਣੀ ਦਾ, ਹਜ਼ੂਰ ਕਹਿੰਦੇ ਨੇ ਕਿ ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੇ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੇ। ਵੀ ਅਗਲਿਆਂ ਨੂੰ ਨਹੀਂ ਪਤਾ ਲੱਗੇਗਾ, ਪਿਛਲਿਆਂ ਨੂੰ ਨਹੀਂ ਪਤਾ ਲੱਗੇਗਾ, ਕਿ ਮੈਨੂੰ ਵੀ ਨਹੀਂ ਪਤਾ ਲੱਗਾ ਜਿਹੜਾ ਮੇਰੇ ਅੰਦਰ ਵੜ ਕੇ ਬੈਠਾ ਹੋਇਆ ਹੈ। ਹਰ ਇੱਕ ਚੀਜ਼ ਨੂੰ ਆਪਣੀ ਨਜ਼ਰ, ਲਫ਼ਜ਼ ਦੋ ਨੇ, ਇੱਕ ਹੁੰਦਾ ਹੈ ਨਦਰ ਤੇ ਇੱਕ ਹੁੰਦਾ ਹੈ ਨਜ਼ਰ। ਗੁਰਬਾਣੀ ਦੇ ਵਿੱਚ ਦੱਦਾ ਲਫ਼ਜ਼ ਜਿਹੜਾ ਹੈ ਉਹ ਜੱਜੇ ਦੀ ਥਾਂ ਦੇ ਉੱਤੇ ਵਰਤਿਆ ਗਿਆ ਹੈ। ਕਈਆਂ ਥਾਵਾਂ ਦੇ ਉੱਤੇ ਨਦਰ ਦਾ ਅਰਥ ਹੈ ਕਿਰਪਾ। ਜਿਨ ਕੋ ਨਦਰ ਕਰਮ ਤਿਨਕਾਰ, ਉੱਥੇ ਨਦਰ ਦਾ ਮਤਲਬ ਹੈ ਕਿਰਪਾ। ਵੇਖ ਨਦਰੀ ਹੇਠ ਚਲਾਏਂਦਾ, ਇਹਦਾ ਮਤਲਬ ਹੈ ਆਪਣੀ ਨਿਗਾਹ ਦੇ ਹੇਠ ਉਹਨੂੰ ਚਲਾ ਰਿਹਾ ਹੈ, ਆਪਣੀ ਨਜ਼ਰ ਦੇ ਹੇਠ ਚਲਾ ਰਿਹਾ ਹੈ। ਜਿੱਦਾਂ ਕਿਤੇ ਤੁਸੀਂ ਵੇਖੋ, ਸਾਡੇ ਘਰ ਦੇ ਵਿੱਚ ਛੋਟਾ ਬੱਚਾ ਖੇਡਦਾ ਹੋਵੇ ਤੇ ਅਜੇ ਉਹਨੇ ਨਵਾਂ ਤੁਰਨਾ ਸਿੱਖਿਆ ਹੋਵੇ ਜਾਂ ਨਵਾਂ ਰਿੜਨਾ ਸਿੱਖਿਆ ਹੋਵੇ, ਮਾਂ ਪਿਓ ਜਿਹੜੇ ਹੁੰਦੇ ਨੇ ਉਹ ਖੜੇ ਹੁੰਦੇ ਨੇ ਲਾਗੇ ਜਾਂ ਬੈਠੇ ਹੁੰਦੇ ਨੇ, ਬੱਚਾ ਆਪਣੀ ਮਰਜ਼ੀ ਦੇ ਨਾਲ ਰਿੜ ਰਿਹਾ ਹੁੰਦਾ ਹੈ। ਪਰ ਕੀ ਹੋ ਰਿਹਾ ਹੁੰਦਾ ਹੈ? ਮਾਂ ਪਿਓ ਦਾ ਧਿਆਨ ਉਹਦੇ ਵਿੱਚ ਹੀ ਹੁੰਦਾ ਹੈ ਵੀ ਕਿਤੇ ਡਿੱਗੇਗਾ, ਇਹਨੂੰ ਉਸੇ ਵੇਲੇ ਫੜਨਾ ਹੈ। ਬੱਚਾ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਜਾ ਰਿਹਾ ਹੈ, ਪਰ ਜਦੋਂ ਉਹਨਾਂ ਨੂੰ ਲੱਗਾ ਵੀ ਇਹ ਗਲਤ ਪਾਸੇ ਜਾ ਰਿਹਾ ਹੈ, ਉਹਨੂੰ ਉਸੇ ਵੇਲੇ ਫੜਨ ਦੇ ਲਈ ਉਹ ਤੁਰ ਪਏ। ਮਰਦ ਕਹਿੰਦੇ ਆ ਹੈ ਅਸਲ ਦੇ ਵਿੱਚ ਵੇਖ ਨਦਰੀ ਹੇਠ ਚਲਾਏਂਦਾ। ਉਹਨੇ ਹਰ ਇੱਕ ਚੀਜ਼ ਦੇ ਅੱਗੇ ਰਿਸਟ੍ਰਿਕਸ਼ਨ ਲਾਈਆਂ ਹੋਈਆਂ ਨੇ ਵੀ ਤੁਸੀਂ ਕਿਸੇ ਚੀਜ਼ ਨੂੰ ਫੜੋਗੇ ਤੇ ਉਹਦਾ ਫਲ ਵੀ ਨਾਲ ਹੀ ਤੁਸੀਂ ਲੈ ਕੇ ਆਓਗੇ, ਕਿਉਂਕਿ ਉਹ ਨਿਗਾਹ ਤੋਂ ਬਾਹਰ ਨਹੀਂ ਹੈ। ਜੇ ਨਿਗਾਹ ਤੋਂ ਬਾਹਰ ਹੋਵੇ ਨਾ ਕੁਝ, ਫਿਰ ਇਦਾਂ ਹੋਵੇ ਵੀ ਕਦੀ ਅਸੀਂ ਰੋਟੀ ਖਾਈਏ ਤੇ ਰੋਟੀ ਖਾਧੀ ਦਾ ਅਸਰ ਹੋ ਜਾਵੇ ਤੇ ਰੋਟੀ ਖਾਧੀ ਦਾ ਕਦੀ ਅਸਰ ਹੋਵੇ ਹੀ ਨਾ। ਕਦੀ ਮੈਂ ਬੋਲਾਂ ਤੇ ਮੇਰੇ ਮੂੰਹ ਦੇ ਵਿੱਚੋਂ ਗੱਲ ਨਿਕਲੇ ਤੇ ਕਦੀ ਗੱਲ ਨਿਕਲੇ ਹੀ ਨਾ। ਕਦੀ ਅਸੀਂ ਚੱਲੀਏ ਤੇ ਚੱਲਿਆ ਜਾਵੇ ਹੀ ਨਾ, ਕਦੀ ਅਸੀਂ ਚੱਲੀਏ ਤੇ ਦਗਪਗ ਤੇਜ਼ ਦੌੜਦੇ ਰਹੀਏ। ਇਹਦਾ ਮਤਲਬ ਕੀ ਹੈ? ਵੀ ਭਾਈ ਜੋ ਕੁਝ ਹੋ ਰਿਹਾ ਹੈ ਨਾ ਇੱਕ ਸਿਸਟਮ ਦੇ ਵਿੱਚ, ਤੇ ਉਸ ਸਿਸਟਮ ਨੂੰ ਉਹਨੇ ਆਪਣੇ ਅਧੀਨ ਰੱਖਿਆ ਹੋਇਆ ਹੈ, ਜੋ ਕੁਝ ਵੀ ਵਾਪਰਦਾ ਪਿਆ ਹੈ। ਹੁਣ ਇਸ ਸਿਸਟਮ ਦੇ ਵਿੱਚ ਕੀ ਹੁੰਦਾ ਹੈ? ਇੱਕ ਤੇ ਬਾਹਰ ਦਾ ਵਿਧਾਨ ਹੈ ਵੀ ਮਾਲਕ ਨੇ ਪੈਦਾ ਕੀਤਾ, ਹਰ ਇੱਕ ਚੀਜ਼ ਉਹਦੀ ਨਿਗਾਹ ਦੇ ਵਿੱਚ ਹੈ। ਜਿੱਦਾਂ ਅਸੀਂ ਸਾਰੇ ਬੈਠੇ ਹੋਏ ਹਾਂ, ਅਸੀਂ ਇੱਕ ਦੂਸਰੇ ਵੱਲ ਭਾਵੇਂ ਨਾ ਵੇਖੀਏ, ਪਰ ਬੈਠੇ ਤਾਂ ਅਸੀਂ ਗੁਰਦੁਆਰੇ ਵਿੱਚ ਹੀ ਹਾਂ। ਦੂਸਰਾ ਪਾਸਾ, ਇਦਾਂ ਅਸੀਂ ਸਾਰੀ ਦੁਨੀਆ ਦੇ ਵਿੱਚ ਬੈਠੇ ਹੋਏ ਹਾਂ ਤੇ ਇਸ ਦੁਨੀਆ ਨੂੰ ਵਾਚ ਕਰਨ ਵਾਲਾ, ਇਸ ਦੁਨੀਆ ਨੂੰ ਵੇਖਣ ਵਾਲਾ ਮਾਲਕ ਆਪ ਹੈ। ਹੁਣ ਇਸ ਦੁਨੀਆ ਦੇ ਵਿੱਚ ਵਿਚਰਦਿਆਂ ਵੇਖੋ ਕੀ ਹੋ ਜਾਂਦਾ ਹੈ। ਕਈਆਂ ਨੂੰ ਵਡਿਆਈ ਮਿਲ ਜਾਂਦੀ ਹੈ, ਕਈ ਵਿਚਾਰੇ ਨਿਮਾਣੇ ਜਿਹੇ ਬਣ ਕੇ ਰਹਿ ਜਾਂਦੇ ਨੇ ਇਸ ਦੁਨੀਆ ਦੇ ਵਿੱਚ। ਇਦਾਂ ਕਹੀਏ ਵੀ ਕਈਆਂ ਦਾ ਨਾਮ ਹੋ ਜਾਂਦਾ ਤੇ ਕਈਆਂ ਦਾ ਪਤਾ ਵੀ ਨਹੀਂ ਲੱਗਦਾ ਵੀ ਇਹ ਬੰਦੇ ਇਸ ਦੁਨੀਆ ਦੇ ਵਿੱਚ ਆਏ ਜਾਂ ਨਹੀਂ ਆਏ। ਦੋ ਤਰੀਕਿਆਂ ਦੇ ਹੀ ਲੋਕ ਨੇ। ਸਾਡੀ ਜਿੱਦਾਂ ਦੀ ਆਪਣੇ ਇਦਾਂ ਕਹਿ ਲਈਏ ਵੀ ਸਮਾਜ ਦਾ ਸਾਡਾ ਹਾਲ ਹੈ, ਅਸੀਂ ਕੋਈ, ਸਾਨੂੰ ਇੰਝ ਲੱਗੇ ਵੀ ਸਾਨੂੰ ਬੜੇ ਜਾਣੇ ਜਾਣਦੇ ਨੇ, ਸਾਨੂੰ ਕੋਈ ਵੀ ਨਹੀਂ ਜਾਣਦਾ। ਸਾਨੂੰ ਸਾਡੇ ਜਿਹੜੇ ਸਰਕਲ ਹੁੰਦਾ ਹੈ ਸਾਡਾ, ਬਸ ਉਹੀ 100-150 ਬੰਦਾ, ਵੱਧ ਤੋਂ ਵੱਧ 500 ਬੰਦਾ ਹੁੰਦਾ ਜਿਹੜਾ ਕਿਤੇ ਜਾਣਦਾ ਹੁੰਦਾ। ਸਾਨੂੰ ਗਿਣਤੀ ਕਰਕੇ ਵੇਖ ਲੈਣਾ, 500 ਤੋਂ ਵੱਧ ਬੰਦਾ ਨਹੀਂ ਜਾਣਦਾ ਹੁੰਦਾ। ਥੋੜਾ ਜਿਹਾ ਸਰਕਲ ਵੱਡਾ ਹੋਵੇਗਾ ਤੇ 5000 ਜਾਣ ਲੈਂਦਾ ਹੁੰਦਾ। ਤੇ ਮੈਂ ਤੇ ਵਾਰ-ਵਾਰ ਇਸ ਗੱਲ ਨੂੰ ਕਹਿਣਾ ਹੁੰਦਾ ਵੀ ਕਈਆਂ ਦੇ ਵੇਖੋ ਨਾ ਫੇਸਬੁੱਕ ਦੇ ਉੱਤੇ 5000 ਲਗਭਗ, ਕਿਉਂਕਿ ਲਿਮਿਟ ਹੈ ਉਹਦੀ, ਉਹਨੇ ਦੋਸਤ ਬਣ ਜਾਂਦੇ ਨੇ ਤੇ ਕੀ ਉਹ 5000 ਦੇ 5000 ਨੂੰ ਹੀ ਜਾਣਦਾ? ਨਹੀਂ ਜਾਣ ਪਾਉਂਦਾ ਬੰਦਾ। ਆਪਣਾ ਸਰਕਲ ਵੇਖ ਲੈਣਾ ਵੀ ਸਾਨੂੰ ਲੱਗੇ ਵੀ ਅਸੀਂ ਬਹੁਤ ਵੱਡੇ ਹਾਂ, ਸਾਨੂੰ ਕੋਈ ਨਹੀਂ ਜਾਣਦਾ ਹੁੰਦਾ। ਬਹੁਤੀ ਸਾਡੀ ਗਿਣਤੀ ਨਹੀਂ ਹੈ ਸਾਨੂੰ ਜਾਣਨ ਵਾਲਿਆਂ ਦੀ। ਇਸੇ ਦੁਨੀਆ ਦੇ ਵਿੱਚ ਕਈ ਇਦਾਂ ਦੇ ਨੇ ਜਿਨ੍ਹਾਂ ਨੂੰ ਲਗਭਗ ਬਹੁਤ ਦੁਨੀਆ ਜਾਣਦੀ ਹੈ। ਸਾਰੇ ਉਹਨਾਂ ਨੂੰ ਵੀ ਨਹੀਂ ਜਾਣਦੇ। ਸਾਰੀ ਦੁਨੀਆ ਨੂੰ ਸਿਕੰਦਰ ਦੇ ਬਾਰੇ ਵੀ ਨਹੀਂ ਪਤਾ।
ਅਸੀਂ ਕਹੀਏ ਵੀ ਸਿਕੰਦਰ ਬੜਾ ਵੱਡਾ ਸੀ, ਕਿਤਾਬਾਂ ਪੜ੍ਹ ਲੈਂਦੀਆਂ ਨੇ, ਥੋੜ੍ਹੀਆਂ ਬਹੁਤੀਆਂ ਗੱਲਾਂ ਟਰੈਵਲ ਕਰ ਜਾਂਦੀਆਂ ਨੇ, ਤੇ ਤਾਂ ਕਿਤੇ ਸਿਕੰਦਰ ਦੇ ਬਾਰੇ ਪਤਾ ਹੈ, ਨਹੀਂ ਤੇ ਬਹੁਤਿਆਂ ਨੂੰ ਸਿਕੰਦਰ ਦੇ ਬਾਰੇ ਵੀ ਨਹੀਂ ਪਤਾ। ਚਲੋ ਇਸ ਗੱਲ ਨੂੰ ਵੀ ਛੱਡ ਦਈਏ। ਅੱਜ ਸਾਡੇ ਵਰਗੇ ਫੋਨ ਫੜ ਕੇ ਬੈਠੇ ਰਹਿੰਦੇ ਨੇ ਸਾਰਾ ਸਾਰਾ ਦਿਨ, ਤੇ ਪਤਾ ਲੱਗ ਗਿਆ ਵੀ ਆ ਪਰਸੋਂ ਚੌਥ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਕੌਣ ਬਣ ਗਿਆ। ਤੇ ਸਾਡੇ ਬਾਬਿਆਂ ਨੇ, ਜਿਨ੍ਹਾਂ ਨੇ ਕਦੀ ਫੋਨ ਦੇ ਲਾਗੇ ਵੀ ਨਹੀਂ ਗਏ, ਉਹਨਾਂ ਨੂੰ ਕੀ ਲੱਗੇ ਇਸ ਗੱਲ ਦੇ ਨਾਲ ਵੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਕੌਣ ਬਣ ਗਿਆ। ਤੇ ਬਣਿਆ ਵੀ ਰਵੇ, ਉਹਨਾਂ ਨੂੰ ਫਿਰ ਵੀ ਕੋਈ ਮਤਲਬ ਨਹੀਂ। ਸਾਨੂੰ ਇੰਜ ਲੱਗਦਾ ਵੀ ਕੋਈ ਬੰਦਾ ਦੁਨੀਆ ਦੇ ਉੱਤੇ ਹੈ ਜਿਹਨੂੰ ਸਾਰੀ ਦੁਨੀਆ ਹੀ ਜਾਣਦੀ ਹੈ। ਇਦਾਂ ਦਾ ਨਾ ਤੇ ਕਦੀ ਹੋਇਆ ਤੇ ਨਾ ਕਦੀ ਹੋਵੇਗਾ। ਉਹ ਇੱਕ ਹੀ ਹੈ, ਸਿਰਫ ਮਾਲਕ ਹੈ ਜਿਹਨੂੰ ਸਾਰੇ ਜਾਣਦੇ ਨੇ, ਭਾਵੇਂ ਉਹਦੇ ਵਿਰੋਧ ਦੇ ਜਾਣਦੇ ਨੇ ਤੇ ਭਾਵੇਂ ਉਹਦੇ ਹੱਕ ਦੇ ਜਾਣਦੇ ਨੇ। ਸਤਿਗੁਰੂ ਕੀ ਕਹਿ ਰਹੇ ਨੇ, ਭਾਈ ਇਸ ਦੁਨੀਆ ਦੀ ਸਾਰੀ ਖੇਡ ਮਾਲਕ ਆਪਣੇ ਹੱਕ ਦੇ ਵਿੱਚ ਚਲਾਉਂਦਾ ਹੈ। ਪਰ ਕੀ ਹੁੰਦਾ ਹੈ, ਇਸ ਜ਼ਿੰਦਗੀ ਨੂੰ ਜੀਂਦਿਆਂ ਕਈਆਂ ਨੂੰ ਵਡਿਆਈਆਂ ਮਿਲ ਜਾਂਦੀਆਂ ਨੇ, ਰੁਤਬੇ ਮਿਲ ਜਾਂਦੇ ਨੇ। ਜਨਮ ਤੋਂ ਕਿਸੇ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆ ਜਨਮ ਤੋਂ ਹੀ ਜਿਹੜਾ ਬੰਦਾ ਹੈ ਨਾ, ਇਹ ਰੁਤਬਾ ਲੈ ਕੇ ਜਨਮਿਆ ਹੋਇਆ ਹੈ। ਕੌਣ ਕੋਈ ਰੁਤਬਾ ਲੈ ਕੇ ਜਨਮਿਆ ਹੈ? ਜਨਮ ਤੋਂ ਤੇ ਸਾਰੇ ਬਰਾਬਰ ਨੇ, ਪਰ ਕਈਆਂ ਨੂੰ ਕਈ ਸਟੇਟਸ ਮਿਲ ਗਏ। ਕੋਈ ਸਮਾਜ ਦੇ ਵਿੱਚ ਉੱਚਾ ਹੋ ਗਿਆ ਥੋੜਾ ਜਿਹਾ, ਕਿਸੇ ਨੇ ਧਾਰਮਿਕ ਜ਼ਿੰਦਗੀ ਦੇ ਵਿੱਚ ਉੱਚਤਾ ਹਾਸਲ ਕਰ ਲਈ, ਕਿਸੇ ਨੇ ਥੋੜੀ ਜਿਹੀ ਇਦਾਂ ਕਹਿ ਲਈਏ ਵੀ ਰਾਜਨੀਤਿਕ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਮਾਣ ਪ੍ਰਾਪਤ ਕਰ ਲਿਆ। ਦੂਜਿਆਂ ਦੇ ਨਾਲੋਂ ਥੋੜੇ ਜਿਹੇ ਜ਼ਿਆਦਾ ਉਹਨਾਂ ਲੋਕਾਂ ਨੂੰ ਜਾਣਨ ਵਾਲੇ ਹੋ ਗਏ, ਸਾਰੇ ਨਹੀਂ, ਥੋੜੇ ਜਿਹੇ ਜਾਣਨ ਵਾਲੇ ਹੋ ਗਏ। ਮਹਾਰਾਜ ਕਹਿੰਦੇ ਵੀ ਵਡਿਆਈਆਂ ਰੱਬ ਦੀਆਂ ਹੀ ਆ, ਆਪੇ ਦੇ ਵਡਿਆਈਆਂ। ਮੈਂ ਕੁਝ ਹਾਂ, ਇਸ ਵਡਿਆਈ ਨੂੰ ਦੇਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੈ। ਜੇ ਮੈਂ ਅੱਜ ਕੁਝ ਹਾਂ ਨਾ, ਤੇ ਇਸ ਵਡਿਆਈ ਨੂੰ ਬਖਸ਼ਿਸ਼ ਕਰਨ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੈ। ਮਹਾਰਾਜ ਕਹਿੰਦੇ ਆਪੇ ਹੀ ਕਰਮ ਕਰਾਏਂਦਾ, ਫਿਰ ਵਡਿਆਈਆਂ ਬਖਸ਼ ਕੇ, ਰੁਤਬੇ ਬਖਸ਼ ਕੇ, ਪੋਸਟ ਦੇ ਕੇ, ਤੇ ਉਸ ਪੋਸਟ ਦੇ ਉੱਤੇ ਕੰਮ ਵੀ ਮੇਰੇ ਕੋਲੋਂ ਮਾਲਕ ਆਪ ਕਰਾਉਂਦਾ ਹੈ। ਇਹ ਨਾ ਕਿਤੇ ਸੋਚ ਲਈਏ ਵੀ ਬਸ ਵਡਿਆਈ ਮਿਲ ਗਈ ਹੈ ਤੇ ਕੰਮ ਮੈਂ ਆਪਣੀ ਮਰਜ਼ੀ ਦੇ ਕਰਵਾ ਦੇਵਾਂ। ਗੁਰੂ ਸਾਹਿਬ ਤੇ ਕਹਿੰਦੇ ਨੇ, ਭਾਈ ਦਾਤਾਂ ਬਖਸ਼ਣ ਵਾਲਾ ਵੀ ਉਹ, ਰੁਤਬੇ ਬਖਸ਼ਣ ਵਾਲਾ ਵੀ ਉਹ, ਤੇ ਰੁਤਬੇ ਤੇ ਬਹਿ ਕੇ ਕੰਮ ਕਰਾਉਣ ਵਾਲਾ ਵੀ ਉਹ। ਨਹੀਂ ਤੇ ਬਹੁਤੀ ਵਾਰ ਫਿਰ ਇਦਾਂ ਹੋ ਜਾਂਦਾ ਹੈ, ਮਰਦ ਕਹਿੰਦੇ ਉਹ ਰੁਤਬਾ ਖੋਂਦਾ ਨਹੀਂ ਹੈ। ਇਹ ਗੱਲ ਬੜੀ ਵੱਡੀ ਹੈ, ਮਾਲਕ ਬਚਾ ਲਵੇ ਇਹਨਾਂ ਚੀਜ਼ਾਂ ਤੋਂ। ਤੁਹਾਡੇ ਸਾਹਮਣੇ ਬੈਠ ਕੇ ਗੱਲਾਂ ਕਰ ਜਾਂਦੇ ਹਾਂ, ਇਹ ਮਾਲਕ ਦੀ ਦਾਤ ਹੈ, ਪਤਾ ਨਹੀਂ ਕਿਦਣ ਹੱਥੋਂ ਨਿਕਲ ਜਾਵੇ। ਹਜ਼ੂਰ ਕੀ ਕਹਿੰਦੇ ਨੇ, ਉਹ ਕਦੀ ਇਦਾਂ ਨਹੀਂ ਕਰਦਾ ਵੀ ਹਾਂ ਮੈਂ ਤੁਹਾਨੂੰ ਖਿੱਚਣਾ ਹੈ। ਇੱਕ ਪੰਜਾਬੀ ਦੀ ਗੱਲ ਬੋਲੀ ਜਾਂਦੀ ਹੁੰਦੀ ਵੀ ਰੱਬ ਡਾਂਗਾ ਨਹੀਂ ਮਾਰਦਾ, ਮਾਤੀ ਮਾਰਦਾ ਹੁੰਦਾ ਬਸ। ਫਰਕ ਇੰਨੀ ਕੁ ਗੱਲ ਦਾ ਹੈ। ਗੁਰੂ ਨਾਨਕ ਸਾਹਿਬ ਇਹਨੂੰ ਇਦਾਂ ਬੋਲਦੇ ਨੇ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ। ਉਹ ਕਹਿੰਦੇ ਜਿਹਦੀ ਰੱਬ ਨੇ ਮੱਤ ਮਾਰਨੀ ਹੋਵੇ ਨਾ, ਉਹਦੇ ਕੋਲੋਂ ਸਭ ਤੋਂ ਪਹਿਲਾਂ ਚੰਗਿਆਈਆਂ ਖੋਹਦਾ, ਚੰਗੇ ਗੁਣ ਉਹਦੇ ਕੋਲੋਂ ਖੋਹ ਲੈਂਦਾ। ਜਦੋਂ ਚੰਗੇ ਗੁਣ ਖੋਏ ਗਏ ਤੇ ਰਹਿ ਕੀ ਜਾਵੇਗਾ? ਔਗਣ। ਤੇ ਔਗਣ ਰਹਿ ਗਏ ਤੇ ਫਿਰ ਜੋ ਹਾਲ ਹੁੰਦੀ ਹੈ ਉਸ ਬੰਦੇ ਦੀ ਸਾਨੂੰ ਸਾਰਿਆਂ ਨੂੰ ਪਤਾ। ਹਜ਼ੂਰ ਕਹਿੰਦੇ ਮਾਲਕ ਆਪ ਵਡਿਆਈਆਂ ਦੇਣ ਵਾਲਾ ਹੈ। ਇਹਦੇ ਵਿੱਚੋਂ ਹੁਣ ਦੋ ਗੱਲਾਂ ਨਿਕਲ ਜਾਂਦੀਆਂ ਨੇ ਅੱਗੇ। ਇੱਕ ਨਿਕਲ ਜਾਂਦਾ ਹੈ ਗੁਰਮਤ ਵਾਲਾ ਪਾਸਾ, ਵੀ ਜੇ ਵਡਿਆਈਆਂ ਮਿਲਦੀਆਂ ਨੇ ਤੇ ਫਿਰ ਅਸੀਂ ਕਿੱਦਾਂ ਜੀਣਾ ਹੈ। ਇੱਕ ਪਾਸਾ ਉਹ ਨਿਕਲਦਾ ਹੈ ਜਿਹਨੂੰ ਦੁਨੀਆਦਾਰਾਂ ਨੂੰ ਵਡਿਆਈਆਂ ਮਿਲਦੀਆਂ ਨੇ ਤੇ ਉਹ ਫਿਰ ਕਿੱਦਾਂ ਜੀਂਦੇ ਨੇ। ਤੁਹਾਨੂੰ ਵੀ ਪਤਾ ਹੈ, ਥੋੜਾ ਜਿਹਾ ਰੁਤਬਾ ਆਇਆ ਨਹੀਂ ਤੇ ਬਸ ਕਈ ਫਿਰ ਹੰਕਾਰੀ ਹੋ ਗਏ ਵੀ ਬਸ ਅਸੀਂ ਹਾਂ ਇਸ ਦੁਨੀਆ ਦੇ ਵਿੱਚ, ਬਾਕੀਆਂ ਨੂੰ ਤਾਂ ਕੁਝ ਸਮਝਦੇ ਵੀ ਨਹੀਂ। ਇਦਾਂ ਦੇ ਵੀ ਬੜੇ ਨੇ, ਉਹਨਾਂ ਦੀ ਗੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ। ਪਹਿਲਾਂ ਅਸੀਂ ਗੁਰਮਤ ਵਾਲਾ ਇੱਕ ਪਾਸਾ ਲੈ ਕੇ ਚਲੇ ਜਾਈਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਸੀਂ ਜਦੋਂ ਵਿਚਾਰ ਪੜ੍ਹਦੇ ਹਾਂ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਰੋਜ਼ ਅਸੀਂ ਪੜ੍ਹਦੇ ਹਾਂ। ਰੋਜ਼ ਦਾਤਾਰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਇਹ ਸਿਰਫ ਜ਼ਬਾਨੀ ਕਲਾਮੀ ਗੱਲ ਨਹੀਂ ਹੈ, ਉਹਨਾਂ ਨੇ ਸਮਝ ਲਿਆ ਵੀ ਵਾਕਿਆ ਹੀ ਇਹ ਤੇਰਾ ਦਿੱਤਾ ਹੋਇਆ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਮੇਰੇ ਕੋਲ ਕੀ ਹੈ ਵੀ ਦੁਨੀਆ ਮੇਰਾ ਨਾਂ ਜਾਣੇ, ਵੀ ਮੇਰਾ ਨਾਂ ਆ ਹੈ ਤੇ ਦੁਨੀਆ ਮੇਰਾ ਨਾਂ ਲੈ ਕੇ ਜਪਦੀ ਫਿਰੇ ਨਾਮ। ਕੀ ਹੈ ਮੇਰੇ ਕੋਲ? ਕੁਝ ਗੁਣਾ ਕਰਕੇ ਹੀ ਹੋਵੇਗਾ ਨਾ, ਵੀ ਆਹ ਬੰਦੇ ਦੇ ਅੰਦਰ ਆਹ ਚੰਗਿਆਈ ਹੈ, ਇਸ ਕਰਕੇ ਇਹਦੀ ਗੱਲ ਨੂੰ ਸੁਣਿਆ ਜਾਣਾ ਚਾਹੀਦਾ ਹੈ। ਮੇਰੇ ਨਾਂ 'ਚ ਕੀ ਖਾਸੀਅਤ ਹੈ? ਮੇਰੇ ਨਾਂ ਦਾ ਨਾਮ ਵਾਹਿਗੁਰੂ ਤੰਦਰੁਸਤੀ ਦੇਵੇ ਹੋਣਾ ਚਲੋ ਨਹੀਂ ਚਾਹੀਦਾ, ਪਰ ਕਿਸੇ ਜਾਨਵਰ ਦਾ ਹੋ ਜਾਵੇ ਤੇ ਕੀ ਜਾਨਵਰ ਦਾ ਵੀ ਰੁਤਬਾ ਉਹਦੇ ਬਰਾਬਰ ਦਾ ਹੋ ਜਾਵੇਗਾ? ਫਿਰ ਗੱਲ ਸਿਰਫ ਇੰਨੀ ਕੁ ਹੈ, ਨਾਮ ਦੇ ਵਿੱਚ ਕੀ ਪਿਆ ਹੋਇਆ ਹੈ। ਨਾਮ ਨੂੰ ਕੋਈ ਨਹੀਂ ਜਾਣਦਾ ਹੁੰਦਾ। ਗੱਲ ਤੇ ਨਾਮ ਤੋਂ ਬਾਅਦ ਗੁਣਾਂ ਦੀ ਹੈ, ਵੀ ਇਹ ਬੰਦਾ ਇਹਨਾਂ ਗੁਣਾਂ ਦਾ ਮਾਲਕ ਹੈ ਤੇ ਇਹਦਾ ਨਾਮ ਆ ਹੈ, ਗੁਣਾ ਕਰਕੇ ਜਾਣਿਆ ਜਾਵੇਗਾ।
ਹੁਣ ਉੱਥੇ ਸਤਿਗੁਰੂ ਕਹਿੰਦੇ ਨੇ ਵੀ ਭਾਈ ਇਹ ਰੱਬ ਜੀ ਇਹ ਤੇ ਤੇਰੀ ਵਡਿਆਈ ਹੈ ਵੀ ਜਿਹੜੇ ਦੋ ਚਾਰ ਲੋਕ ਨੇ ਮੈਨੂੰ ਜਾਣਨ ਲੱਗ ਪਏ ਨੇ, ਮੇਰੇ ਪੱਲੇ ਕੀ ਸੀ ਵੀ ਮੈਂ ਕੁਝ ਕਰ ਸਕਦਾ ਹੋਵਾਂ ਜ਼ਿੰਦਗੀ ਦੇ ਵਿੱਚ। ਇਹ ਹੁੰਦਾ ਹੈ ਵੀ ਬੰਦੇ ਦੇ ਕੋਲ ਪਦਵੀ ਵੀ ਆਈ, ਬੰਦੇ ਦੇ ਕੋਲ ਰੁਤਬਾ ਵੀ ਆਇਆ, ਸਟੇਟਸ ਵੀ ਆਇਆ, ਪਰ ਬੰਦੇ ਨੇ ਹੰਕਾਰ ਨਹੀਂ ਕੀਤਾ। ਇੱਕ ਹੋਰ ਆਪਾਂ ਗੱਲ ਪੜ੍ਹ ਲਈਏ, ਉਹ ਗੱਲ ਇਹਦੇ ਤੋਂ ਵੀ ਨੇੜੇ ਹੈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੋਲ ਹੈ, ਜਿਨ੍ਹਾਂ ਬੰਦਿਆਂ ਨੂੰ ਰੁਤਬਾ ਮਿਲਦਾ ਹੈ ਨਾ, ਉਹਨਾਂ ਦੇ ਵਿੱਚੋਂ ਬੜੇ ਵਿਰਲੇ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਹ ਰੁਤਬਾ ਆਇਆ ਕਿੱਥੋਂ ਹੈ, ਇਹ ਰੱਬ ਦੀ ਬਖਸ਼ਿਸ਼ ਹੈ। ਤੇ ਬਹੁਤਿਆਂ ਨੂੰ ਮਿਲਣ ਦੀ ਢੇਰ ਹੁੰਦੀ ਹੈ, ਬਸ ਉਹਨਾਂ ਨੂੰ ਸਭ ਤੋਂ ਪਹਿਲਾਂ ਰੱਬ ਹੀ ਭੁੱਲਦਾ ਹੈ। ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਬੋਲ ਹੈ, ਦਾਤਾਰ ਕਹਿੰਦੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕਦੀ ਇਸ ਗੱਲ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੋਚ ਕੇ ਵੇਖੀਏ ਵੀ ਜਿਹੜੇ ਵਿਚਾਰੇ ਗਲੀਆਂ ਦੇ ਵਿੱਚ ਕੱਖ ਚੁੱਕਦੇ ਫਿਰਦੇ ਨੇ, ਜਿਹੜੇ ਗਲੀਆਂ ਦੇ ਵਿੱਚ ਲਿਫਾਫੇ ਚੁੱਕਦੇ ਫਿਰਦੇ ਨੇ, ਸਾਡੇ ਵਿੱਚ ਰੱਬ ਨੂੰ ਕੀ ਖਾਸ ਦਿਸ ਪਿਆ ਵੀ ਸਾਨੂੰ ਉਹਨੇ ਚੁੱਕ ਕੇ ਤੇ ਬੈੱਡਾਂ ਤੇ ਬਿਠਾਤਾ ਤੇ ਉਹਨਾਂ ਨੂੰ ਉਧਰ ਰੋਲ ਕੇ ਰੱਖ ਦਿੱਤਾ ਵੀ ਤੁਸੀਂ ਸੜਕਾਂ ਤੋਂ ਲਿਫਾਫੇ ਚੁੱਕਦੇ ਫਿਰੋ। ਕੀ ਖਾਸ ਲੱਗਦਾ ਸਾਨੂੰ ਆਪਣੇ ਵਿੱਚ ਵੀ ਅਸੀਂ ਆਪਣੀ ਤਾਕਤ ਦੇ ਉੱਤੇ ਤੁਰੇ ਫਿਰਦੇ ਹਾਂ, ਆਪਣੇ ਦਿਮਾਗਾਂ ਤੇ ਮਾਣ ਕਰਦੇ ਫਿਰਦੇ ਹਾਂ। ਮਾਲਕ ਤੰਦਰੁਸਤੀਆਂ ਦੇਵੇ। ਤੁਸੀਂ ਵੀ ਬਹੁਤ ਵੇਖੇ ਹੋਣਗੇ, ਮੈਂ ਤੇ ਖੁਦ ਵੇਖੇ ਨੇ। ਅਸੀਂ ਛੋਟੇ ਛੋਟੇ ਹੁੰਦੇ ਸੀ, ਸਾਡੇ ਨੇੜੇ ਰਹਿੰਦਾ ਹੁੰਦਾ ਸੀ ਬੰਦਾ, ਜਰਮਨ ਤੋਂ ਪੜ੍ਹਿਆ ਹੋਇਆ ਸੀ ਉਸ ਵੇਲੇ, ਜਦੋਂ ਬਹੁਤਿਆਂ ਨੂੰ ਜਰਮਨ ਦਾ ਪਤਾ ਵੀ ਨਹੀਂ ਸੀ ਵੀ ਜਰਮਨ ਵੀ ਕੋਈ ਦੇਸ਼ ਹੈ। ਉਹ ਸਾਰੇ ਪਿੰਡ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਹੁੰਦਾ ਸੀ। ਦਿਮਾਗ ਖਰਾਬ ਹੋ ਗਿਆ, ਬਾਅਦ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਰਾਤਾਂ ਕੱਟਦਾ ਹੁੰਦਾ ਸੀ। ਸਾਰਾ ਪਿੰਡ ਸਤਿਕਾਰ ਕਰਦਾ ਸੀ। ਦਿਮਾਗ ਖਰਾਬ ਹੋ ਗਿਆ, ਕੋਈ ਪੁੱਛਦਾ ਵੀ ਨਹੀਂ। ਕੀ ਕਰ ਸਕਦਾ ਬੰਦਾ? ਸਾਡੇ ਕੋਲ ਕਿਹੜੀਆਂ ਗੱਲਾਂ ਦਾ ਮਾਣ ਹੈ ਵੀ ਮੈਂ ਕਹਾਂ ਵੀ ਮੈਂ ਬਹੁਤ ਕੁਝ ਹਾਂ, ਇੰਨਾ ਕੁਝ ਪੜ੍ਹ ਲਿਆ। ਇਹ ਤਾਂ ਪੜ੍ਹਨ ਤੋਂ ਬਾਅਦ ਤੇ ਜ਼ਿਆਦਾ ਖਤਰਨਾਕ ਹੋ ਜਾਂਦਾ ਵੀ ਪਤਾ ਨਹੀਂ ਕਿਹੜੇ ਵੇਲੇ ਢਿੱਲਾ ਹੋ ਜਾਵੇ ਕੰਮ ਤੇ ਬੰਦਾ ਹੋਰ ਹੀ ਕੁਝ ਕਰੀ ਜਾਵੇ। ਕੌਣ ਨਹੀਂ ਕਰਦਾ? ਸਤਿਗੁਰੂ ਕਹਿੰਦੇ ਨੇ ਹਮ ਰੁਲਤੇ ਫਿਰਤੇ, ਮਹਾਰਾਜ ਰੁਲਦੇ ਫਿਰਦੇ ਰਹਿਣਾ ਸੀ ਅਸੀਂ, ਕੋਈ ਬਾਤ ਨਾ ਪੁੱਛਤਾ। ਉਹ ਸਾਡੀ ਕਿਸੇ ਨੇ ਗੱਲ ਵੀ ਨਹੀਂ ਸੀ ਪੁੱਛਣੀ। ਕਿਹਨੂੰ ਪੁੱਛਦਾ? ਤੁਸੀਂ ਵੇਖਦੇ ਹੀ ਜੇ, ਵਿਚਾਰੇ ਤੁਰੇ ਜਾਂਦੇ ਨੇ, ਲੋਕੀ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ। ਹੋਰ ਤੇ ਗੱਲਾਂ ਦੀਆਂ ਗੱਲਾਂ। ਚਾਰ ਬੰਦੇ ਸਾਨੂੰ ਗਲੇ ਮਿਲ ਲੈਂਦੇ ਨੇ, ਚਾਰ ਬੰਦੇ ਸਾਡੇ ਨਾਲ ਜੀ ਹਜ਼ੂਰੀ ਕਰ ਲੈਂਦੇ ਨੇ, ਉਹਨਾਂ ਵੱਲ ਤੇ ਵੇਖੋ, ਉਹਨਾਂ ਬੰਦਿਆਂ ਵੱਲ ਵੇਖਣ ਨੂੰ ਵੀ ਜੀ ਨਹੀਂ ਕਰਦਾ। ਕੀ ਸਾਡੇ ਵਿੱਚ ਖਾਸ ਹੈ ਤੇ ਕੀ ਉਹਨਾਂ 'ਚ ਘਾਟ ਹੈ ਵੀ ਉਹਨਾਂ ਵੱਲ ਵੇਖਣ ਨੂੰ ਜੀ ਨਹੀਂ ਕਰਦਾ ਤੇ ਲੋਕੀ ਸਾਡੇ ਮੂੰਹ ਦੇ ਨਾਲ ਗੱਲਾਂ ਕਰਦੇ ਤਿਆਰ ਹੋਏ ਪਏ ਨੇ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਤੇ ਤੇਰੀ ਵਡਿਆਈ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਤੇ ਤੇਰੇ ਵਰਗਿਆਂ ਦੇ ਨਾਲ ਜੁੜ ਕੇ ਮੇਰੇ ਮਾਲਕਾ ਵੀ ਕੀੜੇ ਵੀ ਜਿਹੜੇ ਨੇ ਉਹ ਥਾਪੇ ਗਏ ਨੇ, ਨਹੀਂ ਤੇ ਸਾਡੇ ਪੱਲੇ ਕੀ ਸੀ ਵੀ ਅਸੀਂ ਕੁਝ ਕਰ ਸਕਦੇ ਹੋਈਏ। ਇਹ ਵਡਿਆਈਆਂ ਉਹਦੀਆਂ ਦਿੱਤੀਆਂ ਹੋਈਆਂ ਨੇ। ਕਿਸੇ ਦੇ ਕੋਲ ਰਾਜਨੀਤਿਕ ਰੁਤਬਾ ਹੈ, ਕਿਸੇ ਦੇ ਕੋਲ ਧਾਰਮਿਕ ਰੁਤਬਾ ਹੈ। ਧਾਰਮਿਕ ਰੁਤਬਾ ਨਹੀਂ ਵੈਸੇ ਹੁੰਦਾ, ਪਰ ਅੱਜ ਕੱਲ੍ਹ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਅਸੀਂ ਕੁਝ ਹਾਂ। ਮਹਾਰਾਜ ਕਹਿੰਦੇ ਜੇ ਕੁਝ ਹੈ ਨਾ, ਆਪੇ ਦੇ ਵਡਿਆਈਆਂ, ਉਹ ਤੇ ਆਪ ਹੀ ਵਡਿਆਈਆਂ ਦੇਣ ਵਾਲਾ ਹੈ। ਆਪਾਂ ਇੱਕ ਮੈਂ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ। ਸਮਝਣ ਵਾਲੇ ਨੇ ਹਰ ਇੱਕ ਗੱਲ ਤੋਂ ਸਮਝ ਜਾਣਾ, ਜਿਹਨੇ ਨਹੀਂ ਸਮਝਣਾ ਉਹਨੇ ਕਿਸੇ ਵੀ ਗੱਲ ਤੋਂ ਨਹੀਂ ਸਮਝਣਾ। ਉਹ ਕਹਿੰਦੇ ਨੇ ਵੀ ਇੱਕ ਫਕੀਰ ਜਿਹੜਾ ਨਾ ਆਪਣੇ ਬੜੇ ਚੇਲਿਆਂ ਦੇ ਨਾਲ ਤੁਰਿਆ ਜਾ ਰਿਹਾ ਸੀ, ਤੇ ਜਾਂਦੇ ਜਾਂਦੇ ਦੇ ਨਾ ਮਨ ਦੇ ਵਿੱਚ ਹੰਕਾਰ ਆ ਗਿਆ ਵੀ ਇੰਨੇ ਮੇਰੇ ਮਗਰ ਚੇਲੇ, ਮੇਰੀ ਹਰ ਗੱਲ ਨੂੰ ਸੁਣਨ ਵਾਲੇ। ਚੇਲਿਆਂ ਦਾ ਮਤਲਬ ਇੱਦਾਂ ਲਾ ਲਓ ਵੀ ਜਿੰਨੇ ਫੋਲੋਵਰ ਨੇ। ਅੱਜ ਕੱਲ੍ਹ ਚੇਲਿਆਂ ਦਾ ਵਰਡ ਬਦਲ ਗਿਆ, ਚੇਲੇ ਕਿਆ ਸਮਝ ਨਹੀਂ ਆਉਂਦੀ, ਫੋਲੋਵਰ ਕਿਆ ਜ਼ਿਆਦਾ ਸਮਝ ਆਉਂਦੀ ਹੈ। ਭਾਵੇਂ ਉਹ ਫੇਸਬੁੱਕ ਦੇ ਫੋਲੋਵਰ ਹੋਣ, ਭਾਵੇਂ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਸੋਸ਼ਲ ਸਾਈਟ ਦੇ ਹੋਣ, ਜਾਂ ਉੱਦਾਂ ਹੀ ਅੰਨੇ ਵੀ ਹੋਣ ਜਿਹਨਾਂ ਨੂੰ ਅੱਜ ਕੱਲ੍ਹ ਕਿਹਾ ਜਾਂਦਾ, ਉਹ ਵੀ ਹੋਣ, ਤੇ ਉਹ ਦਿਸਣ ਨਹੀਂ ਦਿੰਦੇ ਨਾ ਬੰਦੇ ਨੂੰ। ਉਹ ਕਹਿੰਦੇ ਵੀ ਉਹਦੇ ਮਨ ਦੇ ਵਿੱਚ ਹੁਣ ਉਹਦੇ ਪਿੱਛੇ ਉਹਦੇ ਚੇਲੇ ਤੁਰੇ ਜਾ ਰਹੇ ਸੀ, ਤੇ ਉਹ ਗਧੇ ਦੀ ਸਵਾਰੀ ਕਰਦਾ ਪਿਆ ਸੀ, ਗਧੇ ਦੇ ਉੱਤੇ ਬੈਠਾ ਹੋਇਆ ਸੀ। ਥੋੜਾ ਜਿਹਾ ਅੱਗੇ ਪੈਂਡਾ ਜਾ ਰਿਹਾ, ਤੇ ਮਨ ਦਾ ਖਿਆਲ ਸੀ, ਮਨ ਦੇ ਵਿੱਚ ਖਿਆਲ ਆ ਗਿਆ। ਮਨ ਦੇ ਵਿੱਚ ਖਿਆਲ ਇਹ ਆ ਗਿਆ ਵੀ ਇੰਨੇ ਚੇਲੇ ਤੇ ਸਾਡਾ ਜਿਹੜਾ ਪਿੱਛੇ ਸਾਡਾ ਧਾਰਮਿਕ ਆਗੂ ਹੋਇਆ ਹੈ, ਉਹਦੇ ਵੀ ਨਹੀਂ ਸੀ ਜਿੰਨੀ ਦੁਨੀਆ ਮੇਰੇ ਪਿੱਛੇ ਹੋ ਗਈ ਹੈ, ਜਿੰਨੀ ਦੁਨੀਆ ਮੇਰੇ ਪਿੱਛੇ ਆ ਗਈ ਹੈ। ਕਈ ਤੇ ਮੈਂ ਤੁਹਾਨੂੰ ਆਪਣੀ ਕੌਮ ਦੀ ਗੱਲ ਦੱਸ ਦੇਵਾਂ, ਉਹਨਾਂ ਨੂੰ ਇਹ ਵਹਿਮ ਹੋ ਗਿਆ ਵੀ ਉਹਨੇ ਲੋਕ ਹਰੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ ਸੁਣਦੇ ਜਿੰਨੇ ਲੋਕ ਸਾਨੂੰ ਸੁਣਦੇ ਨੇ। ਉਹਨਾਂ ਨੂੰ ਇਹ ਵਹਿਮ ਹੋ ਗਿਆ। ਔਰ ਇੱਦਾਂ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦੇ ਨੇ, ਮੈਨੂੰ ਮਾਫ ਕਰ ਦਿਓ, ਜਿੱਦਾਂ ਗੁਰੂ ਨਾਨਕ ਸਾਹਿਬ ਨਾ ਕਿਤੇ ਉਹ ਮਾੜੇ ਜਿਹੇ ਰਿਸ਼ਤੇਦਾਰ ਦਾ ਮੁੰਡਾ ਹੁੰਦਾ ਵੀ ਜਿੱਦਾਂ ਮਰਜ਼ੀ ਨਾਂ ਲੈ ਲਿਆ ਵੀ ਗੁਰੂ ਨਾਨਕ ਸਾਹਿਬ ਕੀ ਇਕੱਲਾ ਨਾਨਕ ਨਾਨਕ ਹੀ ਕਹੀ ਜਾਂਦੇ ਆ। ਇੱਦਾਂ ਨਾਂ ਲੈਂਦੇ ਨੇ। ਉਹ ਦੀਨ ਦੁਨੀਆ ਦਾ ਮਾਲਕ ਹੈ, ਥੋੜਾ ਜਿਹਾ ਨਾਂ ਲੈਣ ਲੱਗਿਆ ਤਾਂ ਸੋਚਣਾ ਚਾਹੀਦਾ ਹੈ। ਪਰ ਉਹਨਾਂ ਨੂੰ ਲੱਗਦਾ ਵੀ ਲੋਕੀ ਸਾਨੂੰ ਜ਼ਿਆਦਾ ਸੁਣਦੇ ਨੇ ਤੇ ਇਸ ਕਰਕੇ ਨਾਨਕ ਵੀ ਕਹਿ ਦਿੱਤਾ, ਤਾਂ ਕਿਹੜੀ ਵੱਡੀ ਗੱਲ ਹੋ ਗਈ।
ਬੜੇ ਧਿਆਨ ਦੇ ਨਾਲ ਨਾਮ ਲੈਣਾ ਚਾਹੀਦਾ। ਅਸੀਂ ਘਰ 'ਚ ਆਪਣੇ ਬਾਬੇ ਦਾ ਨਾਮ ਲੈਂਦੇ ਹਾਂ ਤੇ ਇਦਾਂ ਨਾਮ ਲਵਾਂਗੇ ਤਾਂ ਸਾਡੀ ਕਿੱਡੀ ਕੁ ਇੱਜ਼ਤ ਰਹਿੰਦੀ ਹੈ। ਤੇ ਜਿਹੜਾ ਹੈ ਹੀ ਦੀਨ ਦੁਨੀਆ ਦਾ ਮਾਲਕ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਨ ਨਾਨਕ ਦਰ ਤੁਲ ਬ੍ਰਹਮ ਸਮਸਰ ਏਕ ਜੀ ਕਿਆ ਬਖਾਨੇ ਹਾਂ ਕਿ ਬਲ 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 ਸਦ ਬਲਿਹਾਰ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਬਾਬਾ ਜਿਹੜਾ ਹੈ ਉਹ ਮਾਲਕ ਦੇ ਬਰਾਬਰ ਹੋ ਕੇ ਤੁਲ ਗਿਆ ਹੈ ਰੱਬ ਦੇ ਘਰ ਦੇ ਵਿੱਚ। ਤੇ ਇੱਕ ਜ਼ੁਬਾਨ ਉਸ ਬਾਬੇ ਦੇ ਬਾਰੇ ਕੀ ਕਹਿ ਸਕਦੀ ਹੈ? ਬਸ ਇੰਨਾ ਹੀ ਕਹਿ ਸਕਦੇ ਹਾਂ ਵੀ ਸਤਿਗੁਰੂ ਤੇਰੇ ਤੋਂ ਬਲਿਹਾਰ ਜਾਂਦੇ ਹਾਂ। ਇਹਦੇ ਤੋਂ ਵੱਧ ਕੁਝ ਨਹੀਂ ਕਹਿ ਸਕਦੇ ਅਸੀਂ। ਤੇ ਸਾਡੇ ਵਰਗੇ ਗਿਆਨੀਆਂ ਨੂੰ ਇਹ ਭੁਲੇਖਾ ਲੱਗਣ ਲੱਗ ਪਿਆ ਹੈ ਵੀ ਬਾਬਾ ਨਾਨਕ ਤੇ ਜਿਹੜਾ ਹੈ ਉਹਦੇ ਨਾਲੋਂ ਜ਼ਿਆਦਾ ਤੇ ਅਸੀਂ ਗੱਲਾਂ ਕਰ ਲੈਂਦੇ ਹਾਂ। ਖਾਧਾ ਵੀ ਗੁਰੂ ਨਾਨਕ ਦਾ, ਦਿੱਤਾ ਵੀ ਗੁਰੂ ਨਾਨਕ ਦਾ ਖਾਂਦੇ ਨੇ। ਚਲੋ ਇਹਨੂੰ ਵੀ ਅਸੀਂ ਕਿਤੇ ਵਿਚਾਰ ਲਵਾਂਗੇ। ਮਹਾਰਾਜ ਕਹਿੰਦੇ ਆ ਤਾਂ ਬਸ ਇਦਾਂ ਦੀ ਗੱਲ। ਅਸੀਂ ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਪੜ੍ਹਿਆ, ਸਾਡੇ ਲਈ ਹੈ ਹਮ ਰੁਲਤੇ ਫਿਰਤੇ। ਲੋਕਾਂ ਨੇ ਪੁੱਛਣਾ ਵੀ ਨਹੀਂ ਸੀ, ਪਤਾ ਨਹੀਂ ਲੋਕੀ ਜੀ ਜੀ ਕਰਕੇ ਗੱਲਾਂ ਕਰਨ ਲੱਗ ਪੈਂਦੇ। ਤੇ ਗੁਰੂ ਨਾਨਕ ਦੀ ਵਡਿਆਈ ਹੈ, ਸਾਡੇ ਪੱਲੇ ਕੀ ਸੀ ਵੀ ਸਾਨੂੰ ਕੋਈ ਗੱਲ ਕਰ ਲਵੇ। ਹੁਣ ਉਹਦੇ ਵਿੱਚੋਂ ਰੁਤਬਾ ਮਿਲ ਗਿਆ ਤੇ ਹੰਕਾਰ ਆ ਗਿਆ। ਉਹ ਕਹਿੰਦੇ ਨੇ ਵੀ ਉਹ ਜਿਹੜਾ ਉਹ ਗਧੇ ਦੇ ਉੱਤੇ ਬੈਠਾ ਹੋਇਆ ਸੀ ਤੇ ਗਧੇ ਤੇ ਬੈਠੇ ਹੋਏ ਨੂੰ ਮਨ ਦੇ ਵਿੱਚ ਇਹ ਖਿਆਲ ਆ ਗਿਆ ਵੀ ਇੰਨੇ ਚੇਲੇ ਮੇਰੇ, ਹੁਣ ਤੇ ਮੈਂ ਬੜਾ ਵੱਡਾ ਧਾਰਮਿਕ ਆਗੂ ਬਣ ਗਿਆ। ਉਸੇ ਵੇਲੇ ਖੋਤਾ ਹਿਣਕ ਪਿਆ, ਬੋਲ ਪਿਆ ਖੋਤਾ। ਔਰ ਤੁਹਾਨੂੰ ਪਤਾ ਹੀ ਉਹਦੀ ਆਵਾਜ਼ ਕਿੱਡੀ ਬੇਸੁਰੀ ਹੁੰਦੀ ਹੈ, ਜੇ ਕਿਤੇ ਤੁਸੀਂ ਸੁਣੀ ਹੋਵੇਗੀ। ਤੇ ਉਹ ਬੋਲ ਪਿਆ ਤੇ ਉਸੇ ਵੇਲੇ ਗਧੇ ਤੋਂ ਉਤਰ ਕੇ ਤੇ ਕਹਿੰਦੇ ਰੋਣ ਲੱਗ ਪਿਆ। ਜਦੋਂ ਚੇਲਿਆਂ ਨੇ ਪੁੱਛਿਆ ਵੀ ਤੈਨੂੰ ਕੀ ਹੋਇਆ? ਹਿਣਕਿਆ ਇਹ ਤੇ ਰੋਣ ਤੇਰਾ ਨਿਕਲ ਆਇਆ। ਉਹ ਕਹਿੰਦਾ ਅਸਲ ਦੇ ਵਿੱਚ ਨਾ ਇਹਨੇ ਮੈਨੂੰ ਮੱਤ ਦੇ ਦਿੱਤੀ ਹੈ। ਕਹਿੰਦੇ ਕਿਹੜੀ ਮੱਤ ਦਿੱਤੀ ਹੈ? ਕਹਿੰਦੇ ਤੁਸੀਂ ਤੇ ਬਸ ਇਹਦੀ ਆਵਾਜ਼ ਹੀ ਸੁਣੀ, ਅਸਲ 'ਚ ਰੱਬ ਵੱਲੋਂ ਆਵਾਜ਼ ਆਈ ਸੀ। ਕਹਿੰਦੇ ਵੀ ਕਿਹੜੀ ਆਵਾਜ਼? ਤੇ ਮੇਰੇ ਮਨ 'ਚ ਆ ਗਿਆ ਸੀ ਵੀ ਤੁਸੀਂ ਸਾਰੇ ਮੇਰੇ ਪਿੱਛੇ ਤੁਰੀ ਜਾਂਦੇ ਜੇ ਤੇ ਮੈਂ ਵੇਖੋ ਕਿੱਡਾ ਵੱਡਾ ਧਾਰਮਿਕ ਆਗੂ ਬਣ ਗਿਆ। ਤੇ ਕਹਿੰਦੇ ਖੋਤੇ ਨੇ ਹਿਣਕ ਕੇ ਨਾ ਤੇ ਬਸ ਇੱਕ ਗੱਲ ਬੋਲੀ ਹੈ ਵੀ ਬਸ ਆ ਮੇਰੇ ਵੱਲੋਂ ਤੈਨੂੰ ਜਵਾਬ ਹੀ, ਤੂੰ ਸਮਝਦਾ ਕੀ ਪਿਆ ਆਪਣੇ ਆਪ ਨੂੰ? ਹੁਣ ਗੱਲ ਤੇ ਸਮਝਣ ਦੀ ਹੈ ਨਾ ਵੀ ਬੰਦਾ ਵਡਿਆਈਆਂ ਨੂੰ ਕੀ ਸਮਝਦਾ ਪਿਆ ਹੈ, ਕੀ ਨੇ ਇਹ ਚੀਜ਼ਾਂ। ਮੈਂ ਅਕਸਰ ਇਸ ਗੱਲ ਨੂੰ ਬੋਲਦਾ ਹੁੰਦਾ ਹਾਂ ਕਿਉਂਕਿ ਮਾਲਕ ਰੁਤਬਿਆਂ ਤੋਂ ਬਚਾ ਲੇ। ਇਹ ਰੁਤਬੇ ਹੀ ਇਦਾਂ ਦੇ ਹੁੰਦੇ ਨੇ ਜਿਹੜੇ ਬੰਦੇ ਨੂੰ ਲੰਘਣ ਨਹੀਂ ਦਿੰਦੇ ਕਿਸੇ ਪਾਸੇ। ਰੁਤਬੇ ਬੜੀ ਖਤਰਨਾਕ ਚੀਜ਼ ਨੇ, ਹੋਣੇ ਚਾਹੀਦੇ ਨੇ। ਪਰ ਗੁਰੂ ਅੰਗਦ ਸਾਹਿਬ ਮਹਾਰਾਜ ਪਤਾ ਕੀ ਕਹਿੰਦੇ ਨੇ? ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜੱਲੀ ਨਾਮ ਵਿਸਾਰਿਆ ਇੱਕ ਨਾ ਚੱਲੀਆ ਨਾਲ। ਇੱਕ ਨੇ ਵੀ ਨਾਲ ਨਹੀਂ ਜਾਣਾ ਤੇ ਇਹ ਨਾਮ ਨੂੰ ਕਦੀ ਚੇਤੇ ਵੀ ਨਹੀਂ ਆਉਣ ਦਿੰਦੀਆਂ। ਮੈਂ ਕੁਝ ਹਾਂ, ਜਦੋਂ ਮੈਂ ਕੁਝ ਹਾਂ ਤੇ ਮੇਰਾ ਸੇਵਾ ਦੇ ਝਾੜੇ ਨੂੰ ਹੱਥ ਪਾਉਣ ਨੂੰ ਜੀ ਨਹੀਂ ਕਰਦਾ। ਮੈਂ ਕੁਝ ਹਾਂ ਤੇ ਮੇਰਾ ਗੁਟਕਾ ਸਾਹਿਬ ਫੜਨ ਨੂੰ ਜੀ ਨਹੀਂ ਕਰਦਾ ਪਿਆ। ਜਦੋਂ ਮੈਂ ਬੜਾ ਕੁਝ ਹਾਂ, ਜਦੋਂ ਨਹੀਂ ਕੁਝ ਹੋਵਾਂਗਾ ਫਿਰ ਰੱਬ ਵੀ ਚੇਤੇ ਕਰ ਲਵਾਂਗੇ। ਉਹਦੇ ਵਿੱਚ ਇੱਕ ਸਤਿਗੁਰੂ ਜੀ ਦਾ ਹੋਰ ਬੋਲ ਹੈ। ਮਰਜ ਕਹਿੰਦੇ ਆਪੇ ਦੇ ਵਡਿਆਈਆਂ। ਆ ਜੋ ਕੁਝ ਮਿਲਿਆ ਹੋਇਆ ਹੈ, ਚਾਹੇ ਵਿਦਿਆ ਦੀ ਵਡਿਆਈ ਮਿਲੀ ਹੋਈ ਹੈ ਵੀ ਮੇਰਾ ਦਿਮਾਗ ਬੜਾ ਤੇਜ਼ ਹੈ, ਕੋਈ ਚੀਜ਼ਾਂ ਨਹੀਂ ਜੇ ਕੰਮ ਕਰਦੀਆਂ। ਮਾਫ ਕਰਨਾ, ਜੇ ਪਿੱਛੋਂ ਹੀ ਕੰਮ ਖਤਮ ਹੈ ਨਾ ਤੇ ਬਾਅਦ ਦੇ ਵਿੱਚ ਕੋਈ ਦਵਾਈ ਵੀ ਦਿਮਾਗ ਨਹੀਂ ਜੇ ਤੇਜ਼ ਕਰ ਸਕਦੀ, ਕੁਝ ਨਹੀਂ ਜੇ ਕਰ ਸਕਦੀ। ਇਹ ਸਾਨੂੰ ਵੀ ਸਾਰਿਆਂ ਨੂੰ ਪਤਾ। ਤੇ ਕਿਹਦੇ ਕੋਲ ਗਾਰੰਟੀ ਹੈ ਵੀ ਇਹ ਚੱਲਦਾ ਚੱਲਦਾ ਸਾਰੀ ਜ਼ਿੰਦਗੀ ਚੱਲਦਾ ਹੀ ਰਹੇਗਾ? ਪਤਾ ਨਹੀਂ ਕਿੱਧਰ ਨੂੰ ਚਲਾ ਜਾਵੇ। ਪਰ ਤੁਸੀਂ ਵੇਖੋ ਛੋਟੇ ਹੁੰਦਿਆਂ ਸਕੂਲਾਂ 'ਚੋਂ ਹੀ ਸਾਡੇ ਸਿਰ ਦੇ ਉੱਤੇ ਪੰਡਾਂ ਵਰ ਜਾਂਦੀਆਂ ਨੇ। ਜਿੰਨਾ ਮੈਨੂੰ ਪੜ੍ਹਨਾ ਆਉਂਦਾ ਕਿਸੇ ਹੋਰ ਨੂੰ ਪੜ੍ਹਨਾ, ਜਿਹੜਾ ਮੈਨੂੰ ਕੰਮ ਆਉਂਦਾ ਕਿਸੇ ਹੋਰ ਨੂੰ ਕਰਨਾ ਆਉਂਦਾ। ਮਰਜ ਕਹਿੰਦੇ ਸਿਰਫ ਵਹਿਮ ਦੇ ਵਿੱਚ ਤੁਰੇ ਫਿਰਦੇ ਜੇ। ਉਹਨੇ ਗਿਣਤੀਆਂ ਦੇ ਵਿੱਚ ਇਹੋ ਜਿਹੇ ਲੋਕ ਪੈਦਾ ਕਰਕੇ ਤੇ ਖਤਮ ਵੀ ਕਰ ਦਿੱਤੇ ਨੇ। ਉਹਨਾਂ ਨੂੰ ਕੀ ਹੈ? ਮੈਨੂੰ ਲੱਗੇ ਵੀ ਮੈਂ ਕੁਝ ਹਾਂ। ਆਪੇ ਦੇ ਵਡਿਆਈਆਂ। ਜੇ ਵਡਿਆਈ ਹੈ ਨਾ ਸਾਡੇ ਪੱਲੇ ਕੁਝ, ਤੇ ਮਹਾਰਾਜ ਕਹਿੰਦੇ ਵਡਿਆਈਆਂ ਦੇਣ ਵਾਲਾ ਵੀ ਮਾਲਕ ਹੈ। ਅੱਜ ਤੁਸੀਂ ਕਿਸੇ ਤਖਤ ਤੇ ਬੈਠੇ ਹੋ, ਅੱਜ ਤੁਸੀਂ ਕਿਸੇ ਰਾਜ ਗੱਦੀ ਦੇ ਉੱਤੇ ਬੈਠੇ ਹੋ, ਅੱਜ ਤੁਹਾਡੇ ਥੱਲੇ ਕੁਝ ਲੋਕ ਕੰਮ ਕਰਦੇ ਪਏ ਨੇ ਨਾ, ਤੇ ਐਵੇਂ ਆਕੜਦੇ ਨਾ ਫਿਰੋ। ਪਤਾ ਨਹੀਂ ਕੱਲ ਨੂੰ ਇਹ ਸਮਾਂ ਇਦਾਂ ਦਾ ਬਣ ਜਾਵੇ ਵੀ ਜਿਨ੍ਹਾਂ ਦੇ ਕੋਲੋਂ ਤੁਸੀਂ ਅੱਜ ਆਰਡਰ ਦੇ ਕੇ ਕੰਮ ਕਰਵਾਉਂਦੇ ਜੇ, ਕੱਲ ਨੂੰ ਤੁਹਾਨੂੰ ਉਹਨਾਂ ਦੇ ਕੋਲੋਂ ਹੀ ਹੱਥ ਜੋੜ ਕੇ ਮੰਗਣਾ ਪੈ ਜਾਵੇ ਤੇ ਫਿਰ ਬੜੀ ਦਿੱਕਤ ਆਉਂਦੀ ਹੈ। ਔਰ ਬੜਿਆਂ ਦੇ ਨਾਲ ਇਦਾਂ ਹੋ ਗਿਆ, ਅਸੀਂ ਅਗਲੀਆਂ ਪੰਕਤੀਆਂ ਦੇ ਵਿੱਚ ਵੇਖਾਂਗੇ। ਇੱਕ ਪਾਸਾ ਹੈ ਗੁਰਮਤ ਦਾ, ਜਿਹਦੇ ਵਿੱਚ ਜਦੋਂ ਵੀ ਕੋਈ ਪਦਵੀ ਮਿਲਦੀ ਹੈ ਨਾ ਤੇ ਬੰਦਾ ਸ਼ੁਕਰ ਕਰਦਾ ਹੈ ਵੀ ਮਾਲਕ ਇਹ ਤੇਰੀ ਪਦਵੀ ਹੈ ਤੇ ਇੰਨੀ ਕਿਰਪਾ ਕਰੀ ਵੀ ਮੈਂ ਇਸ ਪਦਵੀ ਨੂੰ ਝੱਲ ਸਕਾਂ, ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਾਂ। ਆਪਾਂ ਇੱਕ ਗੱਲ ਪੜ੍ਹਦੇ ਹਾਂ ਨਾ ਸਿੱਖ ਇਤਿਹਾਸ ਦੇ ਵਿੱਚੋਂ ਵੀ ਨਵਾਬੀ ਪੇਸ਼ ਹੋਈ ਤੇ ਨਵਾਬੀ ਜਿਹੜਾ ਕੋਈ ਲੈਣ ਦੇ ਲਈ ਤਿਆਰ ਨਹੀਂ ਹੁੰਦਾ, ਤੇ ਬਾਅਦ ਦੇ ਵਿੱਚ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲਦੀ ਆ ਤੇ ਉਹ ਅੱਗੋਂ ਕੀ ਕਹਿੰਦੇ ਨੇ ਵੀ ਨਵਾਬੀ ਦੀ ਖਿੱਲਤ ਤੇ ਮੈਂ ਲੈ ਲਵਾਂਗਾ, ਪਰ ਇਹ ਜਿੰਨੀਆਂ ਚੀਜ਼ਾਂ ਨੇ ਪੰਜ ਪਿਆਰਿਆਂ ਦੇ ਜੋੜਿਆਂ ਦੇ ਨਾਲ ਜਿਹੜੀਆਂ ਨੇ ਉਹ ਛੁਆ ਕੇ ਤੇ ਫਿਰ ਮੈਨੂੰ ਪਾਈਆਂ ਜਾਣ। ਕਿਉਂ? ਕਦ ਨੂੰ ਚੇਤਾ ਰਵੇ ਵੀ ਆ ਜਿਹੜੀ ਨਵਾਬੀ ਹੈ ਨਾ ਇਹ ਪੰਥ ਦੇ ਜੋੜਿਆਂ ਤੋਂ ਉੱਤੇ ਕੁਝ ਵੀ ਨਹੀਂ ਹੈ। ਕੋਈ ਵੀ ਚੀਜ਼, ਕਿਹੜਾ ਰੁਤਬਾ ਹੈ ਜਿਹੜਾ ਸੰਗਤ ਦੇ ਜੋੜਿਆਂ ਤੋਂ ਉੱਤੇ ਹੈ? ਮੈਨੂੰ ਲੱਗੇ ਵੀ ਮੈਂ ਪ੍ਰਚਾਰਕ ਹਾਂ, ਮੈਨੂੰ ਲੱਗੇ ਵੀ ਮੈਂ ਉਹ ਹਾਂ, ਮੈਂ ਆਹ ਹਾਂ। ਸੰਗਤ ਦੇ ਜੋੜਿਆਂ ਤੋਂ ਉੱਤੇ ਕੁਝ ਵੀ ਕੋਈ ਨਹੀਂ ਹੈ, ਕੋਈ ਵੀ ਕੁਝ ਨਹੀਂ ਹੈ। ਸਾਰੀਆਂ ਸੰਗਤ ਦੇ ਜੋੜਿਆਂ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਪਦਵੀਆਂ। ਇਸੇ ਕਰਕੇ ਬਾਬਾ ਕਬੀਰ ਕਹਿੰਦੇ ਨੇ, ਕਬੀਰ
ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ। ਅਸੀਂ ਕੀ ਹਾਂ ਕੀ ਨਹੀਂ ਹਾਂ ਉਹ ਗੇਟ ਤੋਂ ਬਾਹਰ ਹੈ। ਅਸੀਂ ਇੱਥੇ ਹਾਂ ਤੇ ਇੱਥੇ ਸਿਰਫ ਇੱਕ ਮਨੁੱਖ ਬਣ ਕੇ ਆਏ ਹਾਂ ਤੇ ਗੁਰੂ ਦੇ ਸਿੱਖ ਬਣ ਕੇ ਆਏ ਹਾਂ। ਸਾਡਾ ਰੁਤਬਾ ਸਾਰਾ ਪਿੱਛੇ ਰਹਿ ਗਿਆ ਹੈ ਗੇਟ ਤੋਂ। ਇੱਥੇ ਕੋਈ ਆਪਣੇ ਆਪ ਨੂੰ ਸਮਝਦਾ ਫਿਰੇ, ਮਰਦ ਫਿਰ ਅਗਲੀ ਗੱਲ ਉਹਦੀ ਵੀ ਕਰ ਦੇਣਗੇ ਵੀ ਜਿਹੜੇ ਸਮਝਦੇ ਫਿਰਦੇ ਉਹਨਾਂ ਦੇ ਨਾਲ ਕੀ ਵਾਪਰਦਾ ਹੈ। ਆਪੇ ਦੇ ਵਡਿਆਈਆਂ। ਕਿਸੇ ਨੂੰ ਵੀ ਕੋਈ ਰੁਤਬਾ ਮਿਲਦਾ ਹੈ ਤੇ ਆਪਣੇ ਦਿਮਾਗ ਦੇ ਨਾਲ ਸੋਚ ਕੇ ਵੇਖੇ ਵੀ ਮੇਰੇ ਵਿੱਚ ਕੀ ਖਾਸੀਅਤ ਸੀ ਵੀ ਆਹ ਰੁਤਬਾ ਮੈਨੂੰ ਮਿਲ ਗਿਆ ਤੇ ਬਾਕੀਆਂ ਨੂੰ ਨਹੀਂ ਮਿਲਿਆ, ਆਹ ਚੀਜ਼ ਮੈਨੂੰ ਮਿਲ ਗਈ ਹੈ ਤੇ ਬਾਕੀਆਂ ਨੂੰ ਨਹੀਂ ਮਿਲੀ। ਆਪਣੇ ਆਪ ਹੀ ਉਹ ਗੱਲ ਕਹਿੰਦੇ ਨੇ ਵੀ ਦਿਮਾਗ ਦੇ ਵਿੱਚ ਜਿਹੜਾ ਕੀੜਾ ਵੜਿਆ ਹੁੰਦਾ ਨਾ ਬੰਦੇ ਦਾ, ਨਿਕਲ ਜਾਂਦਾ ਹੈ ਵੀ ਭਾਈ ਇਹ ਤੇ ਰੱਬ ਦੀ ਕਿਰਪਾ ਹੀ ਹੋ ਗਈ ਹੈ, ਕਿਤੇ ਮੈਨੂੰ ਉਹਨੇ ਚੁਣ ਲਿਆ ਤੇ ਮੈਂ ਕੀ ਸੀ ਇਸ ਗੱਲਾਂ ਨੂੰ ਕਹਿਣ ਵਾਲਾ, ਜਾਂ ਮੈਂ ਕੀ ਹਾਂ ਇਹਨਾਂ ਗੱਲਾਂ ਦੇ ਉੱਤੇ ਮਾਣ ਕਰਨ ਵਾਲਾ। ਹਜ਼ੂਰ ਕਹਿੰਦੇ ਨੇ ਆਪੇ ਹੀ ਕਰਮ ਕਰਾਏਂਦਾ, ਫਿਰ ਉਹਨਾਂ ਦੇ ਉੱਤੇ ਬੈਠ ਕੇ ਫੈਸਲੇ ਵੀ ਆਪ ਹੀ ਕਰਵਾਉਂਦਾ ਹੈ, ਕਰਮ ਵੀ ਆਪ ਹੀ ਕਰਾਉਂਦਾ ਹੈ। ਇੱਕ ਗੱਲ ਬਾਬਾ ਫਰੀਦ ਸਾਹਿਬ ਦੇ ਨਾਲ ਜੋੜੀ ਜਾਂਦੀ ਹੈ। ਉਹ ਕਹਿੰਦੇ ਵੀ ਉਸ ਵੇਲੇ ਦਾ, ਕਿਉਂਕਿ ਬਾਬਾ ਫਰੀਦ ਸਾਹਿਬ ਦਾ ਰੁਤਬਾ ਬੜੇ ਕਮਾਲ ਦਾ ਸੀ, ਤੇ ਇੱਕ ਬੰਦਾ ਉਹਦਾ ਕਿਤੇ ਬਾਦਸ਼ਾਹ ਦੇ ਨਾਲ ਕੋਈ ਕੰਮ ਸੀ ਤੇ ਇਹਨਾਂ ਦੀ ਰਿਸ਼ਤੇਦਾਰੀ ਵੀ ਬਾਦਸ਼ਾਹ ਦੇ ਨਾਲ ਬਣਦੀ ਸੀ ਵੈਸੇ, ਪਰ ਇਹਨਾਂ ਨੂੰ ਰਿਸ਼ਤੇਦਾਰੀਆਂ ਦੇ ਨਾਲ ਬਹੁਤਾ ਮਤਲਬ ਨਹੀਂ ਹੁੰਦਾ। ਫਕੀਰਾਂ ਨੂੰ ਰਿਸ਼ਤੇਦਾਰੀਆਂ ਨਾਲ ਕੀ ਲੱਗੇ, ਤੇ ਅੱਗੇ ਨਹੀਂ ਪ੍ਰਵਾਹ ਕਰਦੇ ਇਹਨਾਂ ਚੀਜ਼ਾਂ ਦੀ। ਇਹਨਾਂ ਦੇ ਕੋਲ ਇੱਕ ਬੰਦਾ ਚਿੱਠੀ ਲੈ ਕੇ ਆਇਆ। ਉਸ ਚਿੱਠੀ ਤੇ ਲਿਖਿਆ ਸੀ ਵੀ ਜੇ ਤੁਹਾਡੇ ਸਿਗਨੇਚਰ ਹੋ ਜਾਣਗੇ ਨਾ ਚਿੱਠੀ ਦੇ ਉੱਤੇ, ਬਾਬਾ ਫਰੀਦ ਨੂੰ ਕਹਿੰਦੇ ਵੀ ਜੇ ਤੁਹਾਡੇ ਸਿਗਨੇਚਰ ਹੋ ਜਾਣਗੇ ਤੇ ਬਾਦਸ਼ਾਹ ਤੁਹਾਡੀ ਗੱਲ ਨਹੀਂ ਟਾਲ ਸਕਦਾ, ਤੁਹਾਡੀ ਗੱਲ ਨਹੀਂ ਮੋੜੇਗਾ। ਸਾਨੂੰ ਮਾਣ ਹੁੰਦਾ ਨਾ ਕੁਝ ਬੰਦਿਆਂ ਦਾ ਇਦਾਂ ਵੀ ਆਹ ਗੱਲ ਮੈਂ ਕਵਾਂਗਾ ਤੇ ਮੰਨੀ ਨਹੀਂ ਜਾਵੇਗੀ, ਤੁਸੀਂ ਕਹੋਗੇ ਤੇ ਮੰਨ ਲੈਣਗੇ। ਉਹ ਆਇਆ ਬਾਬਾ ਫਰੀਦ ਸਾਹਿਬ ਦੇ ਕੋਲ। ਹੁਣ ਬਾਬਾ ਫਰੀਦ ਸਾਹਿਬ ਨੇ ਚਿੱਠੀ ਦੇ ਵਿੱਚ ਕਹਿੰਦੇ ਵੀ ਇਹ ਲਿਖ ਕੇ ਦੇ ਦਿੱਤਾ ਵੀ ਭਾਈ ਉਹ ਬਾਦਸ਼ਾਹ ਨੂੰ ਵੀ ਦੇਖ, ਜੇ ਤੇ ਰੱਬ ਨੇ ਤੇਰੇ ਕੋਲੋਂ ਇਹ ਕੰਮ ਕਰਾਉਣਾ ਹੈ ਤੇ ਫਿਰ ਤੂੰ ਆਪਣੇ ਆਪ ਹੀ ਇਹਦੇ ਉੱਤੇ ਸਹੀ ਪਾ ਦੇਣੀ ਹੈ, ਤੇ ਜੇ ਤੇਰੇ ਕੋਲੋਂ ਨਹੀਂ ਕੰਮ ਕਰਾਉਣਾ ਤੇ ਤੈਨੂੰ ਬਦਨਾਮੀ ਦੇਣੀ ਹੈ ਇਸ ਕੰਮ ਦੀ, ਤੇ ਉਹਨੇ ਆਪਣੇ ਆਪ ਹੀ ਤੇਰੇ ਕੋਲੋਂ ਚਿੱਠੀ ਪੜਵਾ ਦੇਣੀ ਹੈ ਵੀ ਮੈਂ ਇਸ ਗੱਲ ਨੂੰ ਮੰਨਦਾ ਹੀ ਨਹੀਂ। ਕੰਮ ਦੋਵੇਂ ਰੱਬ ਨੇ ਕਰਾਉਣੇ ਨੇ, ਬਸ ਤੇਰਾ ਦੇ ਵਿੱਚ ਨਾ ਹੀ ਲੱਗਣਾ ਹੈ। ਹੁਣ ਤੂੰ ਵੇਖ ਲੈ ਤੂੰ ਕਿਹੜੇ ਪਾਸੇ ਜਾਣਾ। ਸਾਡਾ ਤੇ ਅਸਲ ਦੇ ਵਿੱਚ ਨਾ ਹੀ ਲੱਗਦਾ ਹੈ। ਸਾਨੂੰ ਇੰਝ ਲੱਗੇ ਵੀ ਆਓ ਕਰਦੇ ਹਾਂ, ਆਹ ਕਰਦੇ ਹਾਂ, ਸਾਡੇ ਵੇਂਦੇ ਸਲਤਨਤਾਂ ਖੁੱਸ ਜਾਂਦੀਆਂ ਨੇ। ਇਸ ਕਰਕੇ ਟੈਗੋਰ ਪਤਾ ਕਿ ਗੱਲ ਨੂੰ ਕਹਿੰਦੇ ਹੁੰਦੇ, ਕਹਿੰਦੇ ਵੀ ਰੱਬ ਜਿਹੜਾ ਨਾ ਉਹ ਘਾਹ ਪੈਦਾ ਕਰਦਾ, ਕਦੀ ਨਹੀਂ ਥੱਕਦਾ। ਕਿੰਨਾ ਘਾਹ ਪੈਦਾ ਹੋ ਜਾਂਦਾ, ਇੱਕ ਵਾਰ ਕੱਟੋ ਦੂਜਾ ਪੈਦਾ, ਦੂਜੀ ਵਾਰ ਕੱਟੋ ਤੀਜਾ ਪੈਦਾ। ਕਹਿੰਦੇ ਰੱਬ ਘਾਹ ਪੈਦਾ ਕਰਦਾ ਥੱਕਦਾ ਹੀ ਨਹੀਂ। ਕਹਿੰਦੇ ਪਰ ਤੁਸੀਂ ਵੇਖੋ ਰੱਬ ਸਲਤਨਤਾਂ ਪੈਦਾ ਕਰਦਾ ਥੱਕ ਜਾਂਦਾ, ਰੱਬ ਰਾਜ ਪੈਦਾ ਕਰਦਾ ਥੱਕ ਜਾਂਦਾ। ਕਿੰਨੇ ਕੁ ਸਿਕੰਦਰ ਬਣ ਗਏ ਦੁਨੀਆ ਦੇ ਉੱਤੇ, ਇੱਕ ਬਣਿਆ ਬਾਅਦ ਕੋਈ ਨੇੜੇ ਵੀ ਨਹੀਂ ਆਇਆ। ਕਿੰਨੇ ਕੁ ਬਾਬਰ ਬਣ ਗਏ ਨੇ ਦੁਨੀਆ ਦੇ ਉੱਤੇ, ਕਿੰਨੇ ਕੁ ਔਰੰਗਜ਼ੇਬ ਬਣ ਗਏ ਨੇ ਦੁਨੀਆ ਦੇ ਉੱਤੇ, ਕਿੰਨੇ ਕੁ ਹਿਟਲਰ ਬਣ ਗਏ ਨੇ ਦੁਨੀਆ ਦੇ ਉੱਤੇ। ਇੱਕ ਬਣਿਆ, ਗੱਲ ਖਤਮ ਹੋ ਗਈ। ਸਲਤਨਤਾਂ ਪੈਦਾ ਕਰਦਾ ਕਹਿੰਦੇ ਰੱਬ ਥੱਕ ਜਾਂਦਾ ਹੈ, ਮਤਲਬ ਜ਼ਿਆਦਾ ਨਹੀਂ ਪੈਦਾ ਕਰਦਾ। ਆ ਘਾਹ ਵੇਖੋ ਨਿੱਕਾ ਜਿਹਾ ਹੁੰਦਾ, ਰੱਬ ਕਈ ਵਾਰ ਪੈਦਾ ਕਰ ਦਿੰਦਾ। ਮੈਂ ਕੀ ਹਾਂ ਇਸ ਦੁਨੀਆ ਦੇ ਉੱਤੇ। ਮਹਾਰਾਜ ਕਹਿੰਦੇ ਆਪੇ ਦੇ ਵਡਿਆਈਆਂ। ਇਸ ਕਰਕੇ ਜੇ ਅੱਜ ਕੋਈ ਰੁਤਬਾ ਹੈ ਤੇ ਕੱਲ ਨੂੰ ਕੋਈ ਰੁਤਬਾ ਆਵੇਗਾ ਤੇ ਸਤਿਗੁਰੂ ਕਹਿੰਦੇ ਤੇ ਰੱਬ ਦੀ ਖੇਡ ਹੈ, ਰੱਬ ਦੀ ਬਖਸ਼ਿਸ਼ ਹੈ। ਜੇ ਮਿਲ ਗਿਆ ਹੈ ਤੇ ਇਹਨੂੰ ਲੋਕਾਂ ਦੀ ਸੇਵਾ ਦੇ ਵਿੱਚ ਵੀ ਲਾ ਦਈਏ, ਕਿਤੇ ਆਪਣੀਆਂ ਹੀ ਪੰਡਾਂ ਨਾਲ ਸਿਰ ਤੇ ਲਈ ਫਿਰੀਏ ਵੀ ਮੈਂ ਉਹ ਹਾਂ ਤੇ ਮੈਂ ਆਹ ਹਾਂ, ਮੈਂ ਕਿਉਂ ਲੋਕਾਂ ਦੀ ਗੱਲ ਸੁਣਾ। ਆਪੇ ਹੀ ਕਰਮ ਕਰਾਏਂਦਾ। ਫਿਰ ਵੇਖੋ ਵੱਡੋ ਵੱਡਾ, ਵੱਡਿਆਂ ਦੇ ਵਿੱਚੋਂ ਵੱਡਾ ਹੈ, ਸਾਰਿਆਂ ਤੋਂ ਸਰਵ ਸ੍ਰੇਸ਼ਟ ਹੈ। ਵੱਡ ਮੇਦਨੀ, ਉਹਦੀ ਪੈਦਾ ਕੀਤੀ ਹੋਈ ਆ ਜਿਹੜੀ ਸ੍ਰਿਸ਼ਟੀ ਹੈ, ਕੁਦਰਤ ਹੈ, ਇਹ ਵੀ ਬੜੀ ਵੱਡੀ ਹੈ, ਬੜੀ ਬੇਅੰਤ ਹੈ। ਇਹਦੇ ਵਿੱਚ ਕਈਆਂ ਨੂੰ ਬੜਾ ਮਾਣ ਮਿਲਦਾ ਹੈ, ਕਈਆਂ ਨੂੰ ਬਿਲਕੁਲ ਵੀ ਨਹੀਂ ਮਿਲਦਾ। ਕਈਆਂ ਨੂੰ ਸੌਣ ਲਈ ਸਾਰਾ ਕੁਝ, ਕਈਆਂ ਨੂੰ ਨੀਂਦ ਵੀ ਚੰਗੀ ਤਰ੍ਹਾਂ ਨਹੀਂ। ਵੱਡੋ ਵੱਡਾ, ਵੱਡ ਮੇਦਨੀ, ਸਿਰੈ ਸਿਰ ਧੰਦਾ ਲਾਇੰਦਾ। ਉਹਨੇ ਸਾਰਿਆਂ ਨੂੰ ਆਪਣੇ ਥਾਂ ਸਿਰ ਦੇ ਉੱਤੇ ਲਾਇਆ ਹੋਇਆ ਵੀ ਕਿਹਨੂੰ ਕਿੱਥੇ ਰੱਖਣਾ ਹੈ, ਕਿਹਨੂੰ ਕਿੱਥੇ ਰੱਖਣਾ ਹੈ। ਇਹ ਨਾ ਗੱਲ ਭਾਵੇਂ ਮਜ਼ਾਕ ਦੇ ਵਿੱਚ ਚਲੀ ਜਾਂਦੀ ਹੈ, ਪਰ ਤੁਸੀਂ ਇਹਨੂੰ ਸੋਚ ਕੇ ਵੇਖਣਾ। ਪੁਰਾਣੇ ਬੰਦਿਆਂ ਨੇ ਨਾ ਕਹਾਣੀਆਂ ਬਣਾਈਆਂ ਹੁੰਦੀਆਂ ਸੀ। ਕਹਾਣੀਆਂ ਇਸ ਕਰਕੇ ਬਣਾਈਆਂ ਹੁੰਦੀਆਂ ਸੀ ਵੀ ਲੋਕੀ ਸਿੱਧੀ ਗੱਲ ਨੂੰ ਸਮਝਦੇ ਨਹੀਂ, ਪਰ ਸਮਝ ਲੈਣ। ਉਹ ਗੱਲ ਜਿਹੜੀ ਹੈ ਉਹ ਆਪ ਜੀ ਨੇ ਸੁਣੀ ਹੋਵੇਗੀ। ਕਹਿੰਦੇ ਵੀ ਉਹ ਇੱਕ ਅੰਨਾ ਬੰਦਾ ਸੀ, ਉਹ ਨਦੀ ਦੇ ਕੰਢੇ ਦੇ ਉੱਤੇ ਚੁੱਪ ਕਰਕੇ ਬੈਠਾ ਹੋਇਆ, ਤੇ ਉਹ ਵੇਖਦਾ ਵੀ ਬਾਕੀ ਬੱਚੇ ਨਹਾਈ ਜਾਂਦੇ ਨੇ, ਛਾਲਾਂ ਮਾਰਦੇ ਨੇ ਪਾਣੀ ਦੇ ਵਿੱਚ, ਤੇ ਚਾਹ ਤੇ ਹੁੰਦਾ ਹੀ ਆ ਨਾ ਵੀ ਬਾਕੀ ਨਹਾਉਂਦੇ ਨੇ ਤੇ ਮੇਰੀਆਂ ਤਾਂ ਅੱਖਾਂ ਨਹੀਂ ਜਾਣਗੇ ਤੇ ਡੋਬੀ ਨਾ ਜਾਵਾਂ, ਇਸ ਕਰਕੇ ਚੁੱਪ ਕਰਕੇ ਕੰਢੇ ਦੇ ਉੱਤੇ ਬੈਠਾ ਹੋਇਆ। ਉਹ ਕਹਿੰਦੇ ਨੇ ਵੀ ਉੱਥੋਂ ਕਿਤੇ ਸ਼ਿਵ ਤੇ ਪਾਰਵਤੀ ਨਿਕਲਦੇ ਪਏ ਸੀ। ਹੋਇਆ ਨਹੀਂ ਹੋਇਆ ਸਾਡਾ ਇਹਦੇ ਨਾਲ ਮਤਲਬ ਨਹੀਂ, ਸਿਰਫ ਸਮਝਾਉਣ ਦਾ ਤਰੀਕਾ ਸੀ ਉਹਨਾਂ ਦਾ। ਉਹ ਕਹਿੰਦੇ ਵੀ ਪਾਰਵਤੀ ਨੂੰ ਤਰਸ ਆ ਗਿਆ ਵੀ ਇਹ ਵੀ ਤੇ ਅੰਨਾ ਹੈ, ਇਹਨੂੰ ਅੱਖਾਂ ਦੇ ਦਿਓ। ਉਹ ਸ਼ਿਵ ਕਹਿੰਦਾ ਵੀ ਨਹੀਂ, ਰੱਬ ਨੇ ਜਿੱਥੇ ਰੱਖਿਆ ਨਾ ਕਿਸੇ ਨੂੰ ਬੜੀ ਸੋਹਣੀ ਥਾਂ ਤੇ ਰੱਖਿਆ ਹੁੰਦਾ, ਐਵੇਂ ਨਹੀਂ ਰੱਖਿਆ ਹੁੰਦਾ ਉਹਨੇ, ਉਹਦੇ ਪਿੱਛੇ ਕੋਈ ਕਾਰਨ ਹੋ ਸਕਦਾ। ਉਹ ਕਹਿੰਦੇ ਵੀ ਨਹੀਂ, ਉਹ ਤੁਸੀਂ ਅੱਖਾਂ ਦਿਓ ਤੇ ਸਹੀ ਇੱਕ ਵਾਰ। ਚਲੋ ਕਹਾਣੀ ਇਹ ਕਹਿੰਦੀ ਹੈ ਵੀ ਉਹਨੂੰ ਅੱਖਾਂ ਆ ਗਈਆਂ। ਉਹਨੇ ਫਿਰ ਕੀ ਕੀਤਾ,
ਜਿੰਨੇ ਨਦੀ 'ਚ ਨਹਾਉਂਦੇ ਸੀ ਸਾਰਿਆਂ ਨੂੰ ਧੱਕੇ ਦੇਣ ਲੱਗ ਪਿਆ, ਸਾਰਿਆਂ ਨੂੰ ਧੱਕੇ ਦੇਈ ਜਾਵੇ। ਸ਼ਿਵ ਕਹਿੰਦਾ ਮਿਲ ਗਿਆ ਜਵਾਬ, ਰੱਬ ਨੇ ਇਸ ਕਰਕੇ ਅੰਨਾ ਰੱਖਿਆ ਸੀ ਵੀ ਜੇ ਇਹਦੀਆਂ ਅੱਖਾਂ ਹੋ ਗਈਆਂ ਨੇ ਕੋਈ ਤਰਨ ਹੀ ਨਹੀਂ ਦੇਣਾ ਨੇ, ਸਾਰੇ ਡੋਬ ਦੇਣੇ ਨੇ। ਕੰਮ ਸਿਰਫ ਇੰਨਾ ਕੁ ਹੁੰਦਾ, ਜਿੱਥੇ ਜਿੱਥੇ ਰੱਬ ਨੇ ਰੱਖਿਆ ਹੈ ਨਾ, ਬੜੇ ਸੌਖੇ ਤਰੀਕੇ ਨਾਲ, ਬੜਾ ਟਿਕਾ ਕੇ ਰੱਖਿਆ ਹੋਇਆ ਹੈ। ਫਿਰ ਮਚਲਦਾ ਰਵੇ ਬੰਦਾ ਵੀ ਮੈਨੂੰ ਇੱਥੇ ਕਿਉਂ ਰੱਖਿਆ, ਮਾਲਕ ਪੂਰੇ ਤਰੀਕੇ ਨਾਲ ਨੱਥ ਪਾ ਕੇ ਰੱਖਦਾ। ਫਿਰ ਕਈਆਂ ਨੂੰ ਫਿਰ ਇੱਦਾਂ ਵੀ ਰੱਖਦਾ ਹੈ, ਜਿਹੜੇ ਬੜੀਆਂ ਛਾਲਾਂ ਮਾਰਦੇ ਹੁੰਦੇ ਉਹਨਾਂ ਨੂੰ ਤੁਸੀਂ ਵੇਖੋਗੇ ਫਿਰ ਇਹੋ ਜਿਹੀ ਥਾਂ ਦੇ ਉੱਤੇ ਸੈੱਟ ਆ ਜਾਂਦੇ ਨੇ ਸਾਰੀ ਜ਼ਿੰਦਗੀ ਵੀ ਬਸ ਸਮਝ ਵੀ ਨਹੀਂ ਲੱਗਦੀ। ਮਾਲਕ ਤੰਦਰੁਸਤੀਆਂ ਦੇਵੇ। ਸਾਡੇ ਭਰਾ ਹੀ ਨੇ, ਜਦੋਂ ਇੱਥੇ ਹੁੰਦੇ ਨੇ ਨਾ ਉਦੋਂ ਕਦੀ ਬਿਸਤਰਾ ਵੀ ਸਿੱਧਾ ਨਹੀਂ ਕਰਕੇ ਵਿਛਾਉਂਦੇ, ਰੋਟੀਆਂ ਵੀ ਪਲੇਟਾਂ 'ਚ ਆ ਜਾਂਦੀਆਂ ਨੇ। ਜਦੋਂ ਘਰਾਂ ਤੋਂ ਬਾਹਰ ਚਲ ਜਾਂਦੇ ਨੇ ਫਿਰ ਠੰਡੀ ਰੋਟੀ ਵੀ ਖਾਣੀ ਪੈਂਦੀ ਹੈ, ਫਿਰ ਸਾਰਾ ਕੁਝ ਵੀ ਕਰਨਾ ਪੈਂਦਾ। ਤੁਸੀਂ ਉਹਨਾਂ ਦੀਆਂ ਖਬਰਾਂ ਸੁਣੋ ਨਾ, ਫਿਰ ਕਹਿੰਦੇ ਹੁੰਦੇ ਵੀ ਨਹੀਂ ਪਿੰਡ ਇਸ ਕਰਕੇ ਚੰਗਾ ਹੈ ਵੀ ਭਾਈ ਰੋਟੀ ਤੇ ਟਾਈਮ ਨਾਲ ਮਿਲ ਜਾਂਦੀ। ਇੱਥੇ ਉਹੀ ਗੱਲ ਵੀ ਸਵੇਰ ਦੀ ਪਕਾ ਕੇ ਚਲ ਜਾਓ ਤੇ ਸ਼ਾਮਾਂ ਦੇ ਬਾਅਦ ਫ੍ਰਿਜ ਦੇ ਵਿੱਚੋਂ ਆ ਕੇ ਕੱਢ ਲਓ। ਇਹ ਹੁੰਦਾ ਹੈ, ਵਾਪਰਦਾ। ਕੀ ਨਹੀਂ ਬਦਲਦਾ ਜ਼ਿੰਦਗੀ ਦੇ ਵਿੱਚ, ਰੱਬ ਹਰ ਥਾਂ ਤੇ ਸੈੱਟ ਕਰਕੇ ਰੱਖ ਦਿੰਦਾ। ਅਸੀਂ ਨਹੀਂ ਨਾ ਕਰਾਂਗੇ, ਮਾਲਕ ਨੇ ਖੇਡ ਹੀ ਇਦਾਂ ਦੀ ਕਰ ਦੇਣੀ। ਅਕਸਰ ਕਹਿੰਦੇ ਨੇ ਵੀ ਤੂੰ ਹੁਣ ਮੇਰੇ ਅੱਗੇ ਬੋਲ, ਤੈਨੂੰ ਮਾਲਕ ਹੀ ਇਦਾਂ ਦਾ ਟੱਕਰ ਦੇਣਾ, ਫਿਰ ਤੇਰੇ ਕੋਲ ਬੋਲਿਆ ਵੀ ਨਹੀਂ ਜਾਣਾ, ਨਾਲੇ ਤੂੰ ਰੋਣਾ ਤੇ ਨਾਲੇ ਤੂੰ ਯਾਦ ਕਰਨਾ ਵੀ ਗੱਲ ਕੀ ਬਣਦੀ ਆ। ਮਹਾਰਾਜ ਕਹਿੰਦੇ ਵੱਡੋ ਵੱਡਾ ਵੱਡ ਮੇਦਨੀ, ਸਿਰੈ ਸਿਰ ਧੰਦੇ ਲਾਇੰਦਾ। ਹਰ ਇੱਕ ਨੂੰ ਸਿਰ ਥਾਂ ਸਿਰ ਜਿੱਥੇ ਜਿੱਥੇ ਉਹਨੇ ਰੱਖਿਆ ਹੈ ਨਾ, ਸੰਤੁਸ਼ਟ ਹੋਣ ਦੀ ਕੋਸ਼ਿਸ਼ ਕਰੀਏ। ਫਰਸਟ੍ਰੇਸ਼ਨ ਵੀ ਰਵਾਂਗੇ ਤੇ ਕੀ ਸਾਨੂੰ ਕੀ ਹੋ ਜਾਵੇਗਾ, ਨਾ ਰੱਬ ਨੂੰ ਇਹਦੇ ਨਾਲ ਕੀ ਫਰਕ ਪਵੇਗਾ, ਆਪਣੇ ਆਪ ਨੂੰ ਸਾੜਾਂਗੇ। ਵੱਡੋ ਵੱਡਾ ਵੱਡ ਮੇਦਨੀ, ਸਿਰੈ ਸਿਰ ਧੰਦੇ ਲਾਇੰਦਾ। ਪਰ ਮਹਾਰਾਜ ਕਹਿੰਦੇ ਨੇ ਖੇਡਦਾ ਤੇ ਹੈ ਖੇਡਾਂ, ਜੇ ਕਿਤੇ ਉਹਦੀ ਨਿਗਾਹ ਪੁੱਠੀ ਹੋ ਜਾਵੇ, ਨਦਰ ਉਪੱਠੀ ਜੇ ਕਰੇ, ਮਤਲਬ ਜੇਕਰ ਕੋਈ ਬੰਦਾ ਜ਼ਿਆਦਾ ਹੀ ਅੱਗੇ ਵੱਧ ਜਾਵੇ ਤੇ ਉਹਨੂੰ ਮੋੜਨਾ ਹੋਵੇ ਨਾ, ਫਿਰ ਉਹ ਫਿਰ ਕੀ ਕਰਦਾ ਹੈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ। ਘਾਹ ਦਾ ਮਤਲਬ ਕੱਖ। ਤੁਸੀਂ ਇੱਕ ਤੀਲਾ ਘਾਹ ਦਾ ਤੋੜ ਕੇ ਵੇਖੋਗੇ ਤੇ ਉਹਦੀ ਕੀ ਵੈਲਿਊ ਹੈ ਸਾਡੇ ਹੱਥ ਦੇ ਉੱਤੇ। ਅਸੀਂ ਕਈ ਵਾਰ ਪੈਰ ਦੇ ਨਾਲ ਮਿੱਧ ਕੇ ਲੰਘ ਜਾਂਦੇ ਹਾਂ, ਮਸਲ ਕੇ ਲੰਘ ਜਾਂਦੇ ਹਾਂ, ਹੱਥੋਂ ਖਿੱਚਿਆ ਤੇ ਸੁੱਟ ਦਿੱਤਾ। ਅਸੀਂ ਕੀ ਮੰਨਦੇ ਹਾਂ ਘਾਹ ਦੇ ਤਿਣਕੇ ਦੀ, ਸਾਡੇ ਸਾਹਮਣੇ ਕੀ ਅਹਿਮੀਅਤ ਹੈ। ਮਹਾਰਾਜ ਕਹਿੰਦੇ ਜੇ ਰੱਬ ਕਿਤੇ ਨਿਗਾਹ ਪੁੱਠੀ ਕਰ ਦੇਵੇ ਨਾ, ਫਿਰ ਉਸ ਘਾਹ ਦੇ ਤਿਣਕੇ ਦੇ ਬਰਾਬਰ ਕਰ ਦਿੰਦਾ ਹੈ, ਭਾਵੇਂ ਕੋਈ ਹੋਵੇ ਸੁਲਤਾਨ ਤੇ ਭਾਵੇਂ ਕੋਈ ਹੋਏ ਰਾਜਾ ਤੇ ਭਾਵੇਂ ਹੋਏ ਕੋਈ ਮਹਾਰਾਜਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ। ਇਤਿਹਾਸਕ ਗੱਲ ਆਪ ਜੀ ਦੇ ਅੱਗੇ ਇੱਕ ਰੱਖ ਦੇਵਾਂ ਤੇ ਫਿਰ ਅਸੀਂ ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਵਿਚਾਰਾਂਗੇ। ਰੋਜ਼ ਅਸੀਂ ਪੜ੍ਹਦੇ ਹਾਂ, ਹਿੰਦੁਸਤਾਨ ਦੇ ਉੱਤੇ ਰਾਜ ਕਰਨ ਵਾਲਾ ਹੈ ਸ਼ਾਹਜਹਾਂ। ਤੁਸੀਂ ਜਾਣਦੇ ਜੇ ਉਹਦਾ ਨਾਮ, ਬੜਾ ਮਸ਼ਹੂਰ ਬਾਦਸ਼ਾਹ ਹੋਇਆ ਹਿੰਦੁਸਤਾਨ ਦਾ, ਬੜੀ ਤਰੱਕੀ ਕੀਤੀ ਹੈ, ਉਹਦੇ ਅਧੀਨ ਮੰਨਿਆ ਜਾਂਦਾ ਵੀ ਹਿੰਦੁਸਤਾਨ ਨੇ। ਸ਼ਾਹਜਹਾਂ ਹੁਣ ਕੀ ਹੈ, ਸ਼ਾਹਜਹਾਂ ਇਹਦੇ ਬੱਚੇ ਲੜ ਪੈਂਦੇ ਨੇ ਤਖਤ ਦੇ ਲਈ, ਦਾਰਾ ਹਾਰ ਜਾਂਦਾ, ਔਰੰਗਜ਼ੇਬ ਤਖਤ ਉੱਤੇ ਕਬਜ਼ ਹੋ ਜਾਂਦਾ। ਇਹ ਪਹਿਲਾਂ ਵੈਸੇ ਬਿਮਾਰ ਸੀ ਸ਼ਾਹਜਹਾਂ, ਪਰ ਠੀਕ ਹੋ ਗਿਆ। ਹੁਣ ਔਰੰਗਜ਼ੇਬ ਜਿਹੜਾ ਹੈ ਇਹਨੂੰ ਆਗਰੇ ਦੇ ਕਿਲੇ ਚੋਂ ਨਹੀਂ ਨਿਕਲਣ ਦਿੰਦਾ। ਔਰ ਇਦਾਂ ਦਾ ਹੈ, ਮੈਂ ਪੜ੍ਹਦਾ ਪਿਆ ਸੀ, ਪ੍ਰਿੰਸੀਪਲ ਸਤਬੀਰ ਸਿੰਘ ਹੁਣਾਂ ਨੇ ਹਵਾਲਾ ਦਿੱਤਾ ਤੇ ਵੀ ਇਹਨੂੰ ਨਾ ਕਿਲੇ ਦੇ ਵਿੱਚੋਂ ਨਦੀ ਦੇ ਦਰਸ਼ਨ ਹੁੰਦੇ ਸੀ, ਜੇ ਅਸੀਂ ਖਿੜਕੀ ਰਾਹੀਂ ਨਦੀ ਦਿਸਦੀ ਸੀ ਨਾ, ਇਹਨੇ ਖਿੜਕੀ ਵੀ ਬੰਦ ਕਰਵਾਤੀ ਵੀ ਇਹ ਨਦੀ ਵੀ ਨਾ ਵੇਖ ਸਕੇ। ਇੱਕ ਤੇ ਹੈ ਪਿਤਾ ਹੈ, ਪਰ ਉਸ ਵੇਲੇ ਦਾ ਉਹ ਬਾਦਸ਼ਾਹ ਹੈ, ਪਰ ਹੁਣ ਔਰੰਗਜ਼ੇਬ ਬਾਦਸ਼ਾਹ ਹੈ। 1600 ਤੇ ਲਗਭਗ 58 ਦੇ ਵਿੱਚ ਇਹ ਕੈਦ ਹੁੰਦਾ ਕਿਲੇ ਦੇ ਵਿੱਚ, 8 ਸਾਲ ਕੈਦ ਰਹਿੰਦਾ, 8 ਸਾਲ ਕਿਲੇ ਦੇ ਵਿੱਚ ਹੀ ਕੈਦ ਹੋ ਕੇ ਮਰ ਜਾਂਦਾ। ਸ਼ਾਹਜਹਾਂ ਇਹ ਉਹ ਬਾਦਸ਼ਾਹ ਹੈ ਜਿਹਦਾ ਹਿੰਦੁਸਤਾਨ 'ਚ ਇੱਕ ਵੇਲੇ ਜਿਹੜਾ ਹੈ ਉਹ ਬੜਾ ਰੋਹਬ ਚੱਲਦਾ ਸੀ ਵੀ ਹਿੰਦੁਸਤਾਨ ਦਾ ਬਾਦਸ਼ਾਹ ਹੈ। ਆਪਣੇ ਪੁੱਤਰਾਂ ਦੇ ਹੱਥੋਂ ਹੀ ਆਹ ਹਾਲ ਹੋ ਜਾਂਦੀ, ਜਿਹਨੂੰ ਮਹਾਰਾਜ ਕਹਿੰਦੇ ਵੀ ਸੁਲਤਾਨਾ ਘਾਹ ਕਰਾਇੰਦਾ। ਉਹ ਇਦਾਂ ਦਾ ਖਤਰਨਾਕ ਸੀ ਔਰੰਗਜ਼ੇਬ, ਫਿਰ ਪਿਤਾ ਦੀ ਵੀ ਪਰਵਾਹ ਨਹੀਂ ਕੀਤੀ ਉਹਨੇ। ਹੁਣ ਤੇ ਆਪਣੇ ਭਰਾਵਾਂ ਤੱਕ ਨਹੀਂ ਛੱਡੇ, ਉਹਨੂੰ ਪਿਤਾ ਦੀ ਕੀ ਲੱਗੇ ਇਸ ਪਾਸੇ ਤੋਂ ਗੱਲ। ਪਰ ਮਹਾਰਾਜ ਇਹਨੂੰ ਕਹਿੰਦੇ ਨੇ ਵੀ ਭਾਈ ਵਡਿਆਈਆਂ ਦੇਣ ਵਾਲਾ ਮਾਲਕ ਹੈ, ਰੱਬ ਹੈ, ਤੇ ਜੇ ਕਿਤੇ ਵਡਿਆਈ ਪਾ ਕੇ ਮੈਨੂੰ ਲੱਗਣ ਲੱਗ ਪਵੇ ਨਾ ਵੀ ਮੈਂ ਕੁਝ ਹੋ ਗਿਆ ਹਾਂ ਇਸ ਦੁਨੀਆ ਦੇ ਵਿੱਚ, ਮੈਨੂੰ ਕੀ ਲੱਗੇ ਦੁਨੀਆ ਦੇ ਨਾਲ, ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ। ਮਹਾਰਾਜ ਕਹਿੰਦੇ ਸੁਲਤਾਨਾ ਘਾਹ ਕਰਾਇੰਦਾ। ਜਿਹੜੇ ਚੰਗੇ ਭਲੇ ਆਪਣੇ ਆਪ ਨੂੰ ਬਾਦਸ਼ਾਹ ਮੰਨਦੇ ਨੇ ਨਾ, ਕੱਖਾਂ ਹੌਲੇ ਕਰਕੇ ਰੱਖ ਦਿੰਦਾ। ਲੋਕੀ ਇੱਜ਼ਤ ਵੀ ਨਹੀਂ ਕਰਦੇ, ਮਾਣ ਵੀ ਨਹੀਂ ਕਰਦੇ ਲੋਕੀ ਵੀ ਆਹ ਕੋਈ ਬੰਦਾ ਹੈ ਸੀ ਇਸ ਦੁਨੀਆ ਦੇ ਵਿੱਚ। ਦਰ ਮੰਗਨ ਭਿੱਖ ਨਾ ਪਾਇੰਦਾ। ਮਹਾਰਾਜ ਕਹਿੰਦੇ ਫਿਰ ਇਦਾਂ ਦੀ ਹਾਲਤ ਵੀ ਕਈਆਂ ਦੀ ਤੇ ਕਰ ਦਿੰਦਾ ਹੈ, ਦਰ ਦਰ ਤੋਂ ਭਿੱਖਿਆ ਵੀ ਮੰਗਦੇ ਫਿਰਨ ਨਾ, ਕੋਈ ਭਿੱਖਿਆ ਵੀ ਨਹੀਂ ਦਿੰਦਾ। ਭਿੱਖਿਆ ਦੇਣੀ ਮਰਜ਼ੀ ਆ ਲੋਕਾਂ ਦੀ, ਕਿਹਨੂੰ ਭਿੱਖਿਆ ਦੇਣੀ ਕਿਹਨੂੰ ਨਹੀਂ ਦੇਣੀ।
ਵਕਤ ਦੇ ਬਾਦਸ਼ਾਹ, ਵੇਲੇ ਦੇ ਉੱਤੇ ਲੋਕਾਂ ਦੇ ਉੱਤੇ ਹੁਕਮ ਕਰਨ ਵਾਲੇ, ਹੁਕਮ ਚਲਾਉਣ ਵਾਲੇ, ਮਹਾਰਾਜ ਕਹਿੰਦੇ ਰੱਬ ਨੇ ਏਡੇ ਹੌਲੇ ਕਰਕੇ ਰੱਖ ਦਿੱਤੇ ਵੀ ਹੁਣ ਦਰਵਾਜ਼ੇ ਤੇ ਖਲੋ ਕੇ ਤੇ ਭਿੱਖਿਆ ਮੰਗਦੇ ਨੇ। ਰੱਬ ਭਿੱਖਿਆ ਵੀ ਨਹੀਂ ਕਿਸੇ ਦੇ ਕੋਲੋਂ ਲੈਣ ਦਿੰਦਾ। ਹੁਣ ਦਰ ਮੰਗਣ ਭਿੱਖ ਨਾ ਪਾਏਂਦਾ, ਕੋਈ ਭਿੱਖਿਆ ਵੀ ਨਹੀਂ ਪਾਉਂਦਾ ਉਹਨਾਂ ਨੂੰ। ਇਸ ਕਰਕੇ ਸਾਡਾ ਪੰਜਾਬੀ ਦਾ ਇੱਕ ਕਵੀ ਹੋਇਆ ਹੈ ਸ਼ਾਹ ਮੁਹੰਮਦ, ਉਹ ਕਹਿੰਦਾ ਹੁੰਦਾ ਵੀ ਸ਼ਾਹ ਮੁਹੰਮਦਾ ਰੱਬ ਤੋਂ ਸਦਾ ਡਰੀਏ, ਬਾਦਸ਼ਾਹਾਂ ਤੋਂ ਭੀਖ ਮੰਗਾਵੰਦਾ ਈ। ਉਹ ਬਾਦਸ਼ਾਹਾਂ ਤੋਂ ਵੀ ਭੀਖ ਮੰਗਾ ਲੈਂਦਾ ਜਦੋਂ ਉਹਦੇ ਦਿਲ ਦੇ ਵਿੱਚ ਗੱਲ ਆ ਗਈ। ਇਹ ਸਾਰੀ ਪੌੜੀ ਦੀ ਵਿਚਾਰ ਕੀ ਹੈ? ਇਹਦਾ ਭਾਵ ਇਹ ਹੈ ਵੀ ਭਾਈ ਸ੍ਰਿਸ਼ਟੀ ਦੇ ਵਿੱਚ ਕਈ ਜੀਵ ਪੈਦਾ ਹੋਏ ਤੇ ਪੈਦਾ ਹੋ ਰਹੇ ਨੇ, ਹੈ ਸਾਰੇ ਰੱਬ ਦੀ ਨਿਗਾਹ ਦੇ ਵਿੱਚ। ਕਈਆਂ ਨੂੰ ਬਾਦਸ਼ਾਹਤ ਮਿਲ ਗਈ, ਕਈਆਂ ਨੂੰ ਵਜ਼ੀਰੀ ਮਿਲ ਗਈ, ਕਈਆਂ ਨੂੰ ਦੁਨਿਆਵੀ ਰੁਤਬੇ ਮਿਲ ਗਏ, ਕਈਆਂ ਨੂੰ ਚੰਗੀ ਪੜ੍ਹਾਈ ਮਿਲ ਗਈ। ਪਰ ਮਹਾਰਾਜ ਕਹਿੰਦੇ ਜਦੋਂ ਕਿਤੇ ਇਹਨਾਂ ਵਡਿਆਈਆਂ ਨੂੰ ਪਾ ਕੇ ਬੰਦਾ ਸੋਚਦਾ ਨਾ ਵੀ ਮੈਂ ਖਾਸ ਹੋ ਗਿਆ ਤੇ ਮੈਂ ਕੁਝ ਹੋ ਗਿਆ, ਹੰਕਾਰ ਆ ਜਾਵੇ, ਦਾਤਾਰ ਕਹਿੰਦੇ ਫਿਰ ਇਹ ਵਾਪਰਦਾ ਹੈ ਚੰਗਿਆਂ ਭਲਿਆਂ ਰੁਤਬਿਆਂ ਦੇ ਉੱਤੇ ਬੈਠਿਆਂ ਹੋਇਆਂ ਨੂੰ ਰੁਤਬਿਆਂ ਤੋਂ ਸੁੱਟ ਕੇ ਰੱਖ ਦਿੰਦਾ ਹੈ। ਚੰਗੇ ਭਲਿਆਂ ਨੂੰ ਕੋਈ ਬਹੁਤਾ ਸਮਾਂ ਵੀ ਨਹੀਂ ਲੱਗਦਾ, ਵਹਿੰਦਿਆਂ ਵਹਿੰਦਿਆਂ ਸਲਤਨਤਾਂ ਤਬਾਹ ਹੋ ਜਾਂਦੀਆਂ ਨੇ। ਮੈਂ ਬਹੁਤ ਬੇਨਤੀ ਕਰਦਾ ਹੁੰਨਾ ਭਾਈ, ਤੁਸੀਂ ਹੁਣ ਦਾ ਇਤਿਹਾਸ ਚੁੱਕ ਕੇ ਵੇਖ ਲਓ, ਜ਼ਿਆਦਾ ਪਿੱਛੇ ਜਾਣ ਦੀ ਲੋੜ ਨਹੀਂ। ਆ 10-15 ਸਾਲਾਂ ਦਾ ਚੁੱਕ ਕੇ ਵੇਖ ਲਓ ਕਿਹੜੇ ਬੰਦੇ ਏਡੇ ਏਡੇ ਵੱਡੇ ਸੀ ਤੇ ਜਿਨ੍ਹਾਂ ਦੇ ਹੁਣ ਨਾਮ ਵੀ ਨਹੀਂ ਲੋਕ ਯਾਦ ਕਰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਦਾਂ ਕਹਿੰਦੇ ਨੇ, ਮਾਤੇ ਮਤੰਗ ਮਸਤੇ ਹੋਏ ਹਾਥੀ ਹੋਣ। ਅੱਜ ਦੇ ਸਮੇਂ ਦੇ ਵਿੱਚ ਪੂਰੀ ਤਾਕਤ ਵਾਲੀਆਂ ਗੱਡੀਆਂ ਹੋਣ, ਜਰੇ ਜਰ ਸੰਗ ਫਿਰ ਸੋਨੇ ਦੇ ਨਾਲ ਜੜੇ ਹੋਣ। ਕਈ ਕਿੰਗ ਨੇ ਤੁਸੀਂ ਵੇਖੋਗੇ, ਮਲੇਸ਼ੀਅਨ ਕਿੰਗ ਹੈ ਜਾਂ ਇਹਦੇ ਤੋਂ ਇਲਾਵਾ ਹੋਰ ਨੇ ਜਿਹੜੇ ਜਿੱਥੇ ਅਜੇ ਵੀ ਰਾਜਤੰਤਰ ਚੱਲਦਾ, ਜਿੱਦਾਂ ਦੁਬਈ ਦੇ ਵਿੱਚ ਵੇਖੋ ਅਜੇ ਵੀ ਰਾਜਿਆਂ ਦੇ ਰਾਜ ਚੱਲਦੇ ਨੇ, ਸਾਰੀਆਂ ਸਹੂਲਤਾਂ ਨੇ ਉਹਨਾਂ ਦੇ ਕੋਲ। ਮਰਦ ਕਹਿੰਦੇ ਇਦਾਂ ਦੇ ਹਾਲ ਹੋਣ, ਮਾਤੇ ਮਤੰਗ ਮਸਤੇ ਹੋਏ ਹਾਥੀ ਹੋਣ, ਜਰੇ ਜਰ ਸੰਗ ਚੰਗੇ ਭਲੇ ਸੋਨੇ ਦੇ ਨਾਲ ਵੀ ਜੜੇ ਹੋਏ ਹੋਣ। ਅਨੂਪ ਉਤੰਗ ਸੁਰੰਗ ਸਵਾਰੇ, ਤਾਂ ਇਕੱਲੇ ਹਾਥੀ ਹੀ ਨਾ ਹੋਣ, ਘੋੜੇ ਏਡੇ ਕਮਾਲ ਦੇ ਹੋਣ ਜਿਹੜੇ ਹਿਰਨ ਦੇ ਵਾਂਗੂ ਛਾਲ ਮਾਰ ਲੈਂਦੇ ਹੋਣ। ਹਿਰਨ ਦੀ ਛਾਲ ਬਹੁਤ ਲੰਮੀ ਹੁੰਦੀ ਹੈ, ਲਗਭਗ 10-12 ਫੁੱਟ ਜਿਹੜੀ ਛਾਲ ਮਾਰ ਜਾਂਦਾ। ਏਡੀ ਲੰਮੀ ਛਾਲ ਕਹਿੰਦੇ ਤੁਹਾਡੇ ਕੋਲ ਏਡੇ ਜ਼ਬਰਦਸਤ ਤੇਜ਼ ਚੱਲਣ ਵਾਲੇ ਘੋੜੇ ਹੋਣ। ਤੇ ਅੱਜ ਦੇ ਟਾਈਮ ਦੇ ਵਿੱਚ ਇਹਨੂੰ ਇਦਾਂ ਸਮਝੀਏ ਵੀ ਸਾਡੇ ਕੋਲ ਤਾਕਤ ਵਾਲੀਆਂ ਗੱਡੀਆਂ ਵੀ ਹੋਣ, ਵੀ ਜਿਹੜੀ ਚੀਜ਼ ਢਾਉਣੀ ਹੈ ਬਸ ਢਾਹ ਕੇ ਅੱਗੇ ਨਿਕਲ ਗਏ, ਤੇ ਸਾਡੇ ਕੋਲ ਸਪੀਡ ਵਾਲੀਆਂ ਗੱਡੀਆਂ ਵੀ ਹੋਣ ਵੀ 0 ਤੋਂ ਲੈ ਕੇ 60 ਸੈਕਿੰਡ ਦੇ ਵਿੱਚ ਬਸ ਹਵਾ ਹੀ ਹੋ ਜਾਵੇ ਗੱਡੀ। ਹਜ਼ੂਰ ਕਹਿੰਦੇ ਅਨੂਪ ਉਤੰਗ ਸੁਰੰਗ ਸਵਾਰੇ, ਫਿਰ ਕੋਟ ਤੁਰੰਗ ਕੁਰੰਗ ਸੇ ਕੂਦਤ। ਅਨੂਪ ਉਤੰਗ ਸੁਰੰਗ ਸਵਾਰੇ ਦਾ ਮਤਲਬ ਹੈ ਉੱਚੇ ਅੰਗ ਵਾਲੇ ਹਾਥੀ ਹੋਣ, ਕੋਟ ਤੁਰੰਗ ਕੁਰੰਗ ਸੇ ਕੂਦਤ ਕਰੋੜਾਂ ਘੋੜੇ ਹੋਣ ਜਿਹੜੇ ਹਿਰਨਾਂ ਦੇ ਵਾਂਗੂ ਜਿਹੜੇ ਨੇ ਕੁੱਦਦੇ ਪਏ ਹੋਣ। ਇਹੋ ਤੇ ਬੰਦੇ ਦੀ ਇੱਛਾ ਹੈ ਵੀ ਮੇਰੇ ਕੋਲ ਗੱਡੀ ਹੋਵੇ, ਬਸ ਐਕਸੀਲੇਟਰ ਤੇ ਪੈਰ ਰੱਖਿਆ ਤੇ ਬਸ ਹਵਾ ਹੀ ਹੋ ਜਾਵਾਂ। ਮਹਾਰਾਜ ਕਹਿੰਦੇ ਜੇ ਹੋ ਵੀ ਜਾਓ ਤੇ ਕੋਟ ਤੁਰੰਗ, ਤੁਰੰਗ ਦਾ ਮਤਲਬ ਘੋੜੇ, ਕੁਰੰਗ ਸੇ ਕੂਦਤ ਹਿਰਨਾਂ ਦੇ ਵਾਂਗੂ ਕੁੱਦਦੇ ਪਏ ਹੋਣ, ਇੰਨੀ ਸਪੀਡ ਵਾਲੇ, ਇੰਨੀਆਂ ਛਲਾਂਗਾਂ ਵਾਲੇ ਹੋਣ। ਜੇ ਇਹਨੂੰ ਵੇਖਣਾ ਹੋਵੇ ਨਾ, ਇਹਨਾਂ ਅਰਥਾਂ ਨੂੰ ਸਮਝਣਾ ਹੋਵੇ, ਓਲੰਪਿਕਸ ਗੇਮ ਹੁੰਦੀਆਂ ਨੇ, ਉਹਦੇ ਵਿੱਚ ਇੱਕ ਗੇਮ ਹੁੰਦੀ ਹੈ, ਉਹਦੇ ਵਿੱਚ ਘੋੜਿਆਂ ਦੇ ਕਰਤੱਵ ਵਿਖਾਏ ਜਾਂਦੇ ਨੇ। ਚਲੋ ਜੇ ਉਹ ਵੀ ਦੂਰ ਹੋਣਗੇ ਤਾਂ ਤੁਹਾਡੇ ਨੇੜੇ ਹੀ ਆ ਕੇ ਬੈਠੇ ਨੇ ਨਿਹੰਗ ਸਿੰਘ, ਉਹਨਾਂ ਦੇ ਘੋੜਿਆਂ ਵੱਲ ਵੇਖ ਲੈਣਾ, ਤੁਹਾਨੂੰ ਪਤਾ ਲੱਗ ਜਾਵੇਗਾ। ਹਜ਼ੂਰ ਕਹਿੰਦੇ ਨੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ, ਹਵਾ ਤੋਂ ਵੀ ਤੇਜ਼ ਹੋ ਜਾਣ, ਮਤਲਬ ਹਵਾ ਵੀ ਪਿੱਛੇ ਛੱਡੀ ਜਾਣ, ਇੰਨੀ ਸਪੀਡ ਦੇ ਨਾਲ ਚੱਲਣ। ਹਜ਼ੂਰ ਕਹਿੰਦੇ ਨੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ। ਭਾਰੀ ਭੁਜਾਵਾਂ ਵਾਲੇ, ਵੱਡੀਆਂ ਤਾਕਤਾਂ, ਜਿੱਦਾਂ ਆਪਾਂ ਕਹਿੰਦੇ ਨਾ ਵੀ ਇਹਦੀਆਂ ਬਾਹਾਂ 'ਚ ਬੜੀ ਤਾਕਤ ਹੈ, ਮਤਲਬ ਬੜੇ ਬੰਦੇ ਇਹਦੀਆਂ ਗੱਲਾਂ ਨੂੰ ਸੁਣਦੇ ਨੇ। ਭਾਰੀ ਭੁਜਾਨ ਕੇ ਭੂਪ, ਵੱਡੇ ਵੱਡੇ ਰਾਜੇ ਵੀ, ਵੱਡੇ ਵੱਡੇ ਚੌਧਰੀ ਵੀ, ਹਜ਼ੂਰ ਕਹਿੰਦੇ ਭਲੀ ਬਿਦ ਨਿਆਵਤ ਸੀਸ, ਤੁਹਾਨੂੰ ਚੰਗੀ ਤਰ੍ਹਾਂ ਸੀਸ ਝੁਕਾਉਂਦੇ ਹੋਣ। ਐਵੇਂ ਇਹ ਨਹੀਂ ਵੀ ਫਾਰਮੈਲਿਟੀ ਕਰਦੇ ਹੋਣ, ਚੰਗੀ ਤਰ੍ਹਾਂ ਸੀਸ ਝੁਕਾਉਂਦੇ ਹੋਣ। ਜੇ ਇਦਾਂ ਦੇ ਵੀ ਹੋ ਗਏ, ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ। ਔਰ ਇੱਕ ਦੋ ਨਹੀਂ, ਮਹਾਰਾਜ ਕਹਿੰਦੇ ਨੇ ਜਾਣੇ ਹੀ ਨਾ ਜਾਣੇ ਵੀ ਕਿੰਨੇ ਕੁ ਬੰਦੇ ਸਾਨੂੰ ਮੱਥਾ ਟੇਕ ਕੇ ਲੰਘਦੇ ਨੇ। ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ, ਏਤੇ ਪਏ ਤੋ ਕਹਾ ਪਏ ਭੂਪਤ, ਇਹ ਰਾਜਨ ਏਡੇ ਵੱਡੇ ਹੋ ਵੀ ਗਏ, ਏਡੀਆਂ ਵੱਡੀਆਂ ਤਾਕਤਾਂ ਵਾਲੇ ਹੋ ਵੀ ਗਏ, ਤੇ ਕੀ ਹੋਇਆ? ਏਤੇ ਪਏ ਤੋ ਕਹਾ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਉਹ ਅੰਤ ਨੂੰ ਨੰਗੇ ਪੈਰਾਂ ਲਈ ਜਾਣਾ ਪੈਣਾ। ਹੁਣ ਭਾਵੇਂ ਸੋਨਿਆਂ ਦੇ ਬੈੱਡਾਂ ਦੇ ਉੱਤੇ ਸੌਂਦੇ ਰਹੋ ਤੇ ਭਾਵੇਂ ਸੋਨਿਆਂ ਦੇ ਜਹਾਜ਼ਾਂ 'ਚ ਸਫ਼ਰ ਕਰਦੇ ਰਹੋ, ਕਿਹੜੀ ਗੱਲ ਦਾ ਮੈਂ ਮਾਣ ਕਰ ਲਵਾਂ ਵੀ ਮੈਂ ਇਸ ਕਰਕੇ ਦੁਨੀਆ ਨਾਲੋਂ ਵੱਖਰਾ ਹਾਂ। ਮਹਾਰਾਜ ਕਹਿੰਦੇ ਹਾਲ ਇਦਾਂ ਦੀ ਕਰ ਦਿੰਦਾ ਹੈ, ਦਰ ਮੰਗਣ ਭਿੱਖ ਨਾ ਪਾਇੰਦਾ। ਵਡਿਆਈਆਂ ਦੇਣ ਵਾਲਾ ਮਾਲਕ ਹੈ, ਜੋ ਵੀ ਵਡਿਆਈ ਸਾਨੂੰ ਬਖਸ਼ਦਾ ਹੈ, ਉਸ ਵਡਿਆਈ ਨੂੰ ਅਸੀਂ ਆਪਣੇ ਅੰਦਰ ਧਾਰਨ ਕਰੀਏ, ਮਾਲਕ ਦੀ ਬਖਸ਼ਿਸ਼ ਸਮਝ ਕੇ, ਤੇ ਇਸ ਸੇਵਾ ਦੇ ਵਿੱਚ ਆਪਣੇ ਆਪ ਨੂੰ ਲਾਈਏ। ਤੇ ਜਿਨ੍ਹਾਂ ਨੂੰ ਮਾਲਕ ਨੇ ਵਡਿਆਈਆਂ ਦਿੱਤੀਆਂ ਨੇ, ਉਹਨਾਂ ਦਾ ਸਿਰ ਵੀ ਉੱਚਾ ਰੱਖੇ, ਵਡਿਆਈਆਂ ਦੇ ਵਿੱਚ ਮਾਣ ਵੀ ਰੱਖੇ,
ਇਸ ਜ਼ਿੰਦਗੀ ਨੂੰ ਦਾਗਾਂ ਤੋਂ ਬਿਨਾਂ ਕਰਕੇ ਰੱਖੇ ਤੇ ਮਾਲਕ ਤੰਦਰੁਸਤੀਆਂ ਦੇਵੇ। ਇਸ ਪਾਵਨ ਸ਼ਲੋਕ ਨੂੰ, ਇਸ ਪੌੜੀ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।